ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਅੱਜ ਜਿਵੇਂ ਕਿ ਆਪਣੀ ਕਰੰਟ ਅਫੇਅਰਸ ਦੀ ਸੀਰੀਜ਼ ਨੂੰ ਆਪਾਂ ਸ਼ੁਰੂ ਕੀਤਾ ਹੋਇਆ ਹੈ। ਸੋ ਅੱਜ 29 ਜੂਨ ਦੇ ਕਰੰਟ ਅਫੇਅਰਸ ਕਨਸੈਪਟ ਉਹੀ ਪੁਰਾਣਾ ਜੋ ਮੈਂ ਕੱਲ੍ਹ ਪਹਿਲੀ ਵੀਡੀਓ 'ਚ ਡਿਸਕਸ ਕੀਤਾ ਸੀ ਕਿ ਕਰੰਟ ਅਫੇਅਰਸ ਪੰਜਾਬ PSSB ਪੰਜਾਬ ਪੁਲਿਸ ਤੇ PPSC ਦੇ ਸੀਨੀਅਰ ਸਹਾਇਕ ਤੱਕ ਦੇ ਪੇਪਰ ਜਿਹੜੇ ਇਸ ਵਾਰ ਹੋ ਸਕਦੇ ਆ ਜਾਂ ਹੋਰ ਸਿੰਪਲ ਪੇਪਰ ਉਹਨਾਂ ਨੂੰ ਵਧੀਆ ਲੈਵਲ ਤੱਕ ਕਵਰ ਕਰਨਗੇ। ਠੀਕ ਆ, ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ। ਵਿੱਚ ਜੇ ਕੋਈ ਪੁਆਇੰਟ ਹੋਊਗਾ ਤਾਂ ਆਪਾਂ ਜ਼ਰੂਰ ਡਿਸਕਸ ਕਰ ਲਾਂਗੇ। ਸਭ ਤੋਂ ਪਹਿਲਾਂ ਕਰੰਟ ਅਫੇਅਰ ਆ ਗਿਆ ਕਿਰਿਕੋਸ ਮਿਥਸੋਕਿਸਿਸ। ਇਹਨੇ ਗ੍ਰੀਸ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਇਹਨਾਂ ਨੇ ਮੀਨਸ ਕਿ ਸਵੋਰਨ ਇਨ ਹੋਇਆ, ਮੀਨਸ ਕਿ ਔਥ ਐਡਮਿਨਿਸਟਰ ਕੀਤੀ ਇਹਨਾਂ ਨੇ, ਮਤਲਬ ਕਿ ਇਹ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਆ। ਇਹੋ ਜਿਹਾ ਕਰੰਟ ਅਫੇਅਰ ਸਿਰਫ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਕਿਉਂਕਿ ਪੇਪਰ 'ਚ ਇਹਦੇ ਨੇੜੇ ਤੇੜੇ ਕੋਈ ਨਾ ਕੋਈ ਜੇ ਛੋਟੇ ਮੋਟੇ ਪੇਪਰ 'ਚ ਇਹੋ ਜਿਹਾ ਕਰੰਟ ਅਫੇਅਰ ਆ ਜੇ। ਗ੍ਰੀਸ ਇੱਕ ਸਦਰਨ ਪਾਰਟ ਮਤਲਬ ਕਿ ਦੱਖਣੀ ਭਾਗ ਦਾ ਦੇਸ਼ ਆ ਯੂਰਪ ਦਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਅਸੀਂ ਦੁਨੀਆ ਦੇ ਨਕਸ਼ੇ 'ਤੇ ਦੇਖੀਏ ਤਾਂ ਇੱਕ ਯੂਰਪ ਆ, ਯੂਰਪ ਦੇ ਥੱਲੇ ਅਫਰੀਕਾ ਹੈ ਅਤੇ ਇਸ ਪਾਸੇ ਯੂਰਪ ਜਿਹੜਾ ਹੈ ਉਹ ਏਸ਼ੀਆ ਨਾਲ ਜਾ ਟਕਰਾਉਂਦਾ ਹੈ। ਇਹਨਾਂ ਤਿੰਨਾਂ ਦੇ ਵਿੱਚ ਇੱਕ ਬਹੁਤ ਤਗੜਾ ਅਤੇ ਬੜਾ ਮਸ਼ਹੂਰ ਸਮੁੰਦਰ ਆ ਮੈਡੀਟੇਰੇਨੀਅਨ ਸੀ, ਜਿਹਨੂੰ ਅਸੀਂ ਭੂ ਮੱਧ ਸਾਗਰ ਕਹਿੰਦੇ ਹਾਂ। ਤਾਂ ਕਹਿੰਦੇ ਆ ਕਿ ਇੱਥੋਂ ਲੀਬੀਆ ਤੋਂ ਗ੍ਰੀਸ ਵੱਲ ਇੱਕ ਕਿਸ਼ਤੀ ਜਾ ਰਹੀ ਸੀ ਜੂਨ 2023 'ਚ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਬਹੁਤ ਸਾਰੇ ਪਾਕਿਸਤਾਨੀ ਤਕਰੀਬਨ ਮੰਨਿਆ ਜਾ ਰਿਹਾ 300 ਪਲੱਸ ਦੇ ਅਰਾਊਂਡ ਜਿਹੜੇ ਉੱਥੇ ਇਸ ਹਾਦਸੇ ਦੇ ਲੋਕ ਸ਼ਿਕਾਰ ਹੋਏ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਡੋਂਕੀ ਨਾਲ ਲੋਕ ਜਦੋਂ ਏਸ਼ੀਅਨਸ ਜਿਹੜੇ ਆ ਸਾਊਥ ਏਸ਼ੀਅਨ ਦੱਖਣੀ ਏਸ਼ੀਆ ਦੇ ਭਾਰਤੀ ਲੋਕ, ਪਾਕਿਸਤਾਨੀ ਲੋਕ, ਬੰਗਲਾਦੇਸ਼ੀ ਜਿਹੜੇ ਆ ਉਹ ਜਦੋਂ ਯੂਰਪ 'ਚ ਕਿਸੇ ਵੀ ਤਰੀਕੇ ਮਾਈਗ੍ਰੇਟ ਹੋਣਾ ਚਾਹੁੰਦੇ ਆ ਤਾਂ ਗ੍ਰੀਸ ਦੇਸ਼ ਇਸ ਕਰਕੇ ਵੀ ਖਬਰਾਂ 'ਚ ਆ। ਸੋ ਗ੍ਰੀਸ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਕਿਰਿਕੋਸ ਦੀ ਇੱਕ ਜ਼ਿੰਮੇਵਾਰੀ ਹੋਊਗੀ ਕਿ ਉਹ ਮਾਈਗ੍ਰੈਂਟਸ ਜਿਹੜੇ ਆ ਰਹੇ ਆ, ਠੀਕ ਆ, ਉਹਨਾਂ ਨਾਲ ਕਿੰਨੀ ਕੁ ਦਇਆ ਵਾਲਾ ਬਿਹੇਵੀਅਰ ਜਿਹੜਾ ਹੈ ਉਹ ਰੱਖਣਗੇ। ਆ ਜਾਓ ਆਪਾਂ ਅਗਲੇ ਕਰੰਟ ਅਫੇਅਰ 'ਤੇ। ਡੇਵਿਡ ਹਾਰਡਿਜ਼ਮਨ ਇਹਨਾਂ ਦੀ ਨਵੀਂ ਕਿਤਾਬ ਰਿਲੀਜ਼ ਹੋਈ ਆ ਅਤੇ ਮੋਸਟ ਇੰਪੋਰਟੈਂਟ ਕਿਤਾਬ ਦਾ ਨਾਮ ਆ ਨੌਨ ਕੋਆਪਰੇਸ਼ਨ ਇਨ ਇੰਡੀਆ, ਨੌਨ ਵਾਇਲੈਂਟ ਸਟ੍ਰੈਟਜੀ ਐਂਡ ਪ੍ਰੋਟੈਸਟ, ਮਤਲਬ ਅਸਹਿਯੋਗ ਅੰਦੋਲਨ। ਪਤਾ ਕਿ ਮਹਾਤਮਾ ਗਾਂਧੀ ਜਦੋਂ ਇੰਡੀਆ 'ਚ ਆਉਂਦੇ ਆ 9 ਜਨਵਰੀ 1915 ਦਾ ਉਹ ਤਰੀਕ ਸੀਗੀ ਜਦੋਂ ਮਹਾਤਮਾ ਗਾਂਧੀ ਇੰਡੀਆ ਲੈਂਡ ਕਰਦੇ ਆ। ਇਸ ਤੋਂ ਪਹਿਲਾਂ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਪਹਿਲਾ ਸੰਘਰਸ਼ ਆ ਉਹ ਅਫਰੀਕਾ 'ਚ ਕੀਤਾ। ਉਹ ਜਦੋਂ ਇੰਡੀਆ ਆਉਂਦੇ ਆ ਤਾਂ ਇੰਡੀਆ ਆ ਕੇ ਚੰਪਰਨ ਤੋਂ ਆਪਣਾ ਸੰਘਰਸ਼ ਸਟਾਰਟ ਕਰਦੇ ਆ, ਬਿਹਾਰ ਤੋਂ। ਫਿਰ ਬਿਹਾਰ ਦੇ ਚੰਪਰਨ ਤੋਂ ਬਾਅਦ ਫਿਰ ਉਹ ਅਹਿਮਦਾਬਾਦ ਮਿਲ ਸਟ੍ਰਾਈਕ ਜਿਹੜੀ ਆ ਉਹ ਕਰਦੇ ਆ, ਉਹਦੇ 'ਚੋਂ ਹੰਗਰ ਸਟ੍ਰਾਈਕ ਕਰਦੇ ਆ। ਉਸ ਤੋਂ ਬਾਅਦ ਉਹ ਖੇੜਾ ਸੱਤਿਆਗ੍ਰਹਿ ਗੁਜਰਾਤ ਦੇ ਵਿੱਚ ਸੀਗਾ, ਉੱਥੇ ਸੰਘਰਸ਼ ਕਰਦੇ ਆ। ਇਹਨਾਂ 3 ਛੋਟੇ ਅੰਦੋਲਨਾਂ ਤੋਂ ਬਾਅਦ ਪਹਿਲੀ ਵਾਰੀ ਮਹਾਤਮਾ ਗਾਂਧੀ ਜਿਹੜੀ ਮਾਸ ਮੂਵਮੈਂਟ ਕਰਦੇ ਆ। ਮਾਸ ਮੂਵਮੈਂਟ ਦਾ ਮਤਲਬ ਹੁੰਦਾ ਕਿ ਪੂਰੇ ਭਾਰਤ ਦੇ ਪੱਧਰ ਦਾ ਜਿਹੜਾ ਸੰਘਰਸ਼ ਆ ਨੌਨ ਕੋਆਪਰੇਸ਼ਨ, ਸੋ ਅਸਹਿਯੋਗ ਅੰਦੋਲਨ ਜਿਹੜਾ ਹੈ ਉਹ ਮਹਾਤਮਾ ਗਾਂਧੀ ਕਰਦੇ ਆ 1920 'ਚ। ਕੁਛ ਕਾਰਨ ਸੀਗੇ ਜਿਸ ਕਰਕੇ ਉਹ ਅੰਦੋਲਨ ਕੀਤਾ ਗਿਆ। ਤੁਹਾਡੇ 'ਚੋਂ ਪੇਪਰਾਂ 'ਚ ਇਹ ਵੀ ਪੁੱਛਿਆ ਜਾ ਸਕਦਾ ਕਿ ਅਸਹਿਯੋਗ ਅੰਦੋਲਨ ਦੇ ਕਿਹੜੇ ਮੁੱਖ ਕਾਰਨ ਸੀ। ਪਹਿਲਾ ਕਾਰਨ ਜਲਿਆਂਵਾਲੇ ਬਾਗ ਦਾ ਮੈਸੈਕਰ, ਦੂਜਾ ਕਾਰਨ ਰਾਇਲਟ ਅਧੀਨੀਅਮ, ਜਿਹਨੂੰ ਆਪਾਂ ਰਾਇਲਟ ਐਕਟ ਕਹਿ ਦਿੰਦੇ ਹਾਂ, ਜਿਹਦੇ ਤਹਿਤ ਇੱਕ ਬੜਾ ਖਤਰਨਾਕ ਕਾਨੂੰਨ ਪਾਸ ਕੀਤਾ ਗਿਆ ਸੀਗਾ ਕਿ ਅਨਾਰਕਿਕਲ ਐਂਡ ਰੈਵੋਲੂਸ਼ਨਰੀ ਕ੍ਰਾਈਮਸ ਐਕਟ 1919, ਕਿ ਭਾਰਤ ਵਿੱਚ ਕ੍ਰਾਂਤੀਕਾਰੀ ਤੇ ਅਰਾਜਕਤਾਵਾਦੀ ਗਤੀਵਿਧੀਆਂ ਅਧੀਨੀਅਮ 1919। ਇੱਕ ਹੋਰ ਸੀ ਡਿਫੈਂਸ ਆਫ ਇੰਡੀਆ ਐਕਟ 1915, ਉਹਨੂੰ ਹੋਰ ਸਖਤ ਕੀਤਾ ਗਿਆ ਸੀ। ਇਹਨਾਂ ਦੋਵਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਿਹਾ ਭਾਰਤੀਆਂ ਨੇ, ਤੇ ਇਹਦੇ ਖਿਲਾਫ ਰਾਇਲਟ ਸੱਤਿਆਗ੍ਰਹਿ ਕੀਤਾ। ਉਹਦੇ ਜਵਾਬ ਵਿੱਚ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ ਦਾ ਕਾਂਡ ਕੀਤਾ। ਅਤੇ ਉਸ ਤੋਂ ਬਾਅਦ ਹੰਟਰ ਕਮੇਟੀ ਜਿਹੜੀ ਇੱਕ ਬੇਸ਼ਰਮ ਕਮੇਟੀ ਸੀ, ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਸਿਰਫ 379 ਲੋਕ ਮਰੇ ਆ। ਪਰ ਕਹਾਣੀ ਉਦੋਂ ਪਤਾ ਲੱਗੀ ਜਦੋਂ ਕਾਂਗਰਸ ਨੇ ਆਪਣੀ ਕਮੇਟੀ ਬਣਾਈ ਸੀਗੀ, ਠੀਕ ਆ, ਤਾਂ ਮਦਨ ਮੋਹਨ ਮਾਲਵੀਆ ਕਮੇਟੀ ਨੇ ਦੱਸਿਆ ਕਿ 1000+ ਮੌਤਾਂ ਹੋਈਆਂ। ਗਾਂਧੀ ਜੀ ਨੂੰ ਇਸੇ ਗੱਲ ਦਾ ਗੁੱਸਾ ਸੀ, ਇਸੇ ਦੇ ਅਗੇਂਸਟ। ਪਲੱਸ ਉਹਨਾਂ ਸਮਿਆਂ ਦੇ ਵਿੱਚ ਭਾਰਤ ਦੇ ਜਿਹੜੇ ਗਵਰਨਰ ਜਨਰਲ ਚੈਲਮਸਫੋਰਡ ਅਤੇ ਉਸ ਟਾਈਮ ਦੇ ਭਾਰਤ ਦੇ ਸੈਕਟਰੀ ਆਫ ਸਟੇਟ ਵਾਈਸਰੋਏ ਜਿਹੜੇ ਸੀਗੇ, ਜਿਹਨੂੰ ਸੈਕਟਰੀ ਆਫ ਸਟੇਟ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਮੌਂਟੈਗ, ਇਹਨਾਂ ਦੇ ਨਾਮ 'ਤੇ ਇੱਕ ਐਕਟ ਬਣਿਆ ਸੀ ਮੌਂਟੈਗ ਚੈਲਮਸਫੋਰਡ ਐਕਟ। ਉਹਦੇ 'ਚ ਭਾਰਤੀਆਂ ਨੂੰ ਕੋਈ ਹੱਕ ਨਹੀਂ ਦਿੱਤਾ। ਵਰਲਡ ਵਾਰ ਖਤਮ ਹੋਣ ਤੋਂ ਬਾਅਦ ਭਾਰਤੀਆਂ ਨਾਲ ਧੱਕਾ ਕੀਤਾ। ਆ 3 ਮੁੱਖ ਕਾਰਨਾਂ ਕਰਕੇ ਮਹਾਤਮਾ ਗਾਂਧੀ ਅਸਹਿਯੋਗ ਅੰਦੋਲਨ ਯਾਨੀ ਕਿ ਨੌਨ ਕੋਆਪਰੇਸ਼ਨ ਸ਼ੁਰੂ ਕਰਦੇ ਆ।
ਸੋ ਉਸ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਲੈ ਕੇ ਉਹ ਫੈਕਚੁਅਲ ਗੱਲਾਂ ਜਿਹੜੀਆਂ ਤੁਸੀਂ ਭੁੱਲ ਸਕਦੇ ਹੋ। ਕੁਝ ਗੱਲਾਂ ਹੁਣ ਮੈਂ ਪੁੱਛਦਾ ਤੁਹਾਨੂੰ ਕਿ ਨੌਨ ਕੋਆਪਰੇਸ਼ਨ ਮੂਵਮੈਂਟ ਦਾ ਐਲਾਨ ਕਾਂਗਰਸ ਦੇ ਕਿਹੜੇ ਸੈਸ਼ਨ 'ਚ ਹੋਇਆ ਤੇ ਉਹਦਾ ਏਜੰਡਾ ਕਿਹੜੇ ਸੈਸ਼ਨ 'ਚ ਬਣਿਆ। ਇਹ ਦੋਵੇਂ ਸੈਸ਼ਨ ਮੈਂ ਹਿੰਟ ਦਿੰਨਾ 1920 'ਚ ਹੋਏ ਸੀ। ਇੱਕ ਜਨਰਲ ਸੈਸ਼ਨ ਤੇ ਇੱਕ ਸਪੈਸ਼ਲ ਸੈਸ਼ਨ, ਇੱਕ ਖਾਸ ਸੈਸ਼ਨ ਸੀ ਤੇ ਇੱਕ ਆਮ ਇਜਲਾਸ ਸੀ। ਤੁਸੀਂ ਕਮੈਂਟ ਕਰਕੇ ਤੇ ਸਰਚ ਕਰਕੇ ਦੱਸੋਗੇ ਕਿ ਦੋਵਾਂ ਸੈਸ਼ਨਾਂ ਦੇ ਵਿੱਚ ਕੌਣ ਪ੍ਰਧਾਨ ਸੀ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ। ਖੈਰ ਆਜੋ ਆਪਾਂ ਆਪਣੇ ਪੁਆਇੰਟ ਤੇ। ਅਸਹਿਯੋਗ ਅੰਦੋਲਨ ਭਾਰਤ ਵਿੱਚ ਸਭ ਤੋਂ ਪਹਿਲੀ ਵਾਰੀ ਕੌਣ ਲੈ ਕੇ ਆਇਆ? ਆਪਸ਼ਨ 1 ਮਹਾਤਮਾ ਗਾਂਧੀ, ਆਪਸ਼ਨ 2 ਨਹੀਂ ਪਤਾ, ਜਾਂ ਆਪਸ਼ਨ 3 ਇਹ ਤੋਂ ਬਿਨਾ ਕੋਈ। ਤਾਂ ਨੌਨ ਕੋਆਪਰੇਸ਼ਨ ਦੀ ਸ਼ੁਰੂਆਤ ਭਾਰਤ ਦੇ ਵਿੱਚ 1860 ਦੇ ਦਹਾਕੇ 'ਚ ਹੋਈ ਸੀ, 1860s ਦੇ ਵਿੱਚ। ਤੇ ਇਸ ਮੂਵਮੈਂਟ ਨੂੰ ਪੰਜਾਬ ਭਾਰਤ 'ਚ ਲੈ ਕੇ ਆਏ ਸੀ ਕੂਕਾਜ਼, ਜਿਨ੍ਹਾਂ ਨੂੰ ਅਸੀਂ ਨਾਮਧਾਰੀ ਕਹਿੰਦੇ ਆ। ਸੋ ਸਭ ਤੋਂ ਇੰਪੋਰਟੈਂਟ ਗੱਲ, ਨੌਨ ਕੋਆਪਰੇਸ਼ਨ ਨੂੰ ਪੈਨ ਇੰਡੀਆ ਲੈਵਲ ਤੇ ਵੱਡੇ ਪੱਧਰ ਤੇ ਭਾਰਤ 'ਚ ਮਸ਼ਹੂਰ ਕਰਨ ਵਾਲੇ ਗਾਂਧੀ ਜੀ ਆ। ਪਰ ਨੌਨ ਕੋਆਪਰੇਸ਼ਨ ਪਹਿਲੀ ਵਾਰ ਅੰਗਰੇਜ਼ਾਂ ਦੇ ਖਿਲਾਫ, ਕਿ ਅੰਗਰੇਜ਼ਾਂ ਦਾ ਸਹਿਯੋਗ ਹੀ ਨਹੀਂ ਕਰਨਾ, ਇਹ ਚੀਜ਼ ਕੂਕੇ ਲੈ ਕੇ ਆਏ ਸੀ। ਆਜੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ। ਕਹਿੰਦੇ ਮੋਸਟ ਇੰਪੋਰਟੈਂਟ ਅਗਲਾ ਕਰੰਟ ਅਫੇਅਰ ਆ ਐਲਾਪੂਜ਼ਾ, ਠੀਕ ਆ। ਇਹ ਕੇਰਲਾ ਦਾ ਇੱਕ ਸ਼ਹਿਰ ਆ। ਇੱਥੋਂ ਦੇ ਡਾਕਟਰ ਨੇ ਕੇ ਵੇਨੂਗੋਪਾਲ। ਇਹਨਾਂ ਨੂੰ ਬੇਸਿਕਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਅਵਾਰਡ ਦਿੱਤਾ ਗਿਆ ਹੈ, ਠੀਕ ਆ। ਕਰੰਟ ਅਫੇਅਰਸ ਦੇ ਵਿੱਚ ਸੀਗਾ, ਸੋ ਆਪਾਂ ਇਹਨਾਂ ਨੂੰ ਬੈਸਟ ਡਾਕਟਰ ਦਾ ਅਵਾਰਡ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਨੂੰ ਇਹ ਅਵਾਰਡ ਆਉਣ ਵਾਲੀ 1 ਜੁਲਾਈ ਨੂੰ ਨੈਸ਼ਨਲ ਡਾਕਟਰਸ ਡੇ ਤੇ ਦਿੱਤਾ ਜਾਊਗਾ। ਸੋ ਇਸ ਵਾਰ ਨੈਸ਼ਨਲ ਡਾਕਟਰ ਡੇ ਤੇ ਬੈਸਟ ਅਵਾਰਡ ਜਿਹੜਾ ਹੈ ਉਹ ਇੱਕ ਰੈਸਪੀਰੇਟਰੀ ਮੈਡੀਸਿਨ ਦੇ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਮਿਲਿਆ ਹੈ, ਠੀਕ ਆ, ਕੇ ਵੇਨੂਗੋਪਾਲ। ਗੱਲ ਇਹ ਆ ਕਿ ਇੱਕ ਤਾਂ ਪਤਾ ਲੱਗ ਗਿਆ ਕਿ ਕੇ ਵੇਨੂਗੋਪਾਲ ਨੂੰ ਇਸ ਵਾਰ ਇਹ ਅਵਾਰਡ ਮਿਲਿਆ ਹੈ। ਹੁਣ ਖਾਸ ਗੱਲ ਇਹਦੇ ਚੋਂ ਨਿਕਲਣ ਵਾਲੀ, ਠੀਕ ਆ, ਇਹ ਜਿਸ ਸ਼ਹਿਰ ਨਾਲ ਸੰਬੰਧਿਤ ਨੇ, ਠੀਕ ਆ, ਐਲਾਪੂਜ਼ਾ। ਇਹਨੂੰ ਸ਼ਹਿਰ ਨੂੰ ਦਰਿਆਵਾਂ ਦਾ ਸ਼ਹਿਰ ਹੋਣ ਕਰਕੇ ਵੇਨਿਸ ਆਫ ਇੰਡੀਆ ਕਿਹਾ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਯਾਦ ਰੱਖਿਓ। ਦੂਸਰੀ ਗੱਲ, ਨੈਸ਼ਨਲ ਡਾਕਟਰਸ ਡੇ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਕਿਸ ਬੰਦੇ ਨੂੰ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ? ਡਾਕਟਰ ਬਿਧਾਨ ਚੰਦਰ ਰॉय। ਇਹ ਇੱਕ ਕਮਿਊਨਿਸਟ ਲੀਡਰ ਵੀ ਰਹੇ ਆ। ਇਹ ਇੱਕ ਸਟੇਟ ਦੇ ਵੈਸਟ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ ਆ ਤੇ ਇਹ ਇੱਕ ਬਹੁਤ ਐਪਰੀਸ਼ੀਏਬਲ ਡਾਕਟਰ ਵੀ ਸੀ। ਸੋ ਉਹਨਾਂ ਨੂੰ ਆਨਰ ਕਰਦੇ, ਉਹਨਾਂ ਨੂੰ ਰਿਸਪੈਕਟ ਦੇਣ ਵਾਸਤੇ, ਇੱਜ਼ਤ ਦੇਣ ਵਾਸਤੇ 1991 'ਚ ਇਹਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ, ਇਸ ਡੇ ਨੂੰ, ਨੈਸ਼ਨਲ ਡਾਕਟਰਸ ਡੇ ਨੂੰ। ਇੰਪੋਰਟੈਂਟ ਗੱਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਕੀ ਆ? ਇਹ ਇੱਕ ਸਰਕਾਰੀ ਅਦਾਰਾ ਹੈ, ਸਰਕਾਰੀ ਸੰਸਥਾ, ਕੋਈ ਸਟੈਚੂਟਰੀ ਬਾਡੀ ਨਹੀਂ ਗੀ। ਇਹ ਯਾਦ ਰੱਖਿਓ, ਇਹ ਜਸਟ ਇੱਕ ਸਰਕਾਰੀ ਅਦਾਰਾ ਹੈ। 1928 ਦੇ ਵਿੱਚ ਬਣਿਆ ਸੀ ਤੇ ਇਹ ਦਿੱਲੀ ਸਥਿਤ ਆ। ਇੰਪੋਰਟੈਂਟ ਗੱਲ ਆ। ਹੋਰ ਕੋਈ ਵੀ ਚੀਜ਼ ਇਹਦੇ 'ਚ ਇੰਪੋਰਟੈਂਟ ਹੋਵੇ, ਦੇਖੋ ਗੱਲ ਇਹ ਆ, ਕਰੰਟ ਅਫੇਅਰ ਚੱਕੋ, ਕਰੰਟ ਅਫੇਅਰ ਨੂੰ ਆਲੇ ਦੁਆਲਿਓਂ ਉਧੇੜ ਕੇ ਰੱਖ ਲਓ ਕਿ ਇਹਦੇ 'ਚੋਂ ਕੀ ਐਕਸਪਲੋਰ ਕੀਤਾ ਜਾ ਸਕਦਾ ਹੈ। ਸਮਾਂ ਵੇਸਟ ਵੀ ਨਾ ਹੋਵੇ, ਕਿਉਂਕਿ ਜੇ ਮੈਂ ਇਸ ਚੀਜ਼ ਲਈ ਤੁਹਾਡਾ 1.5 ਘੰਟਾ ਖਰਾਬ ਕਰੂੰਗਾ ਤਾਂ ਉਹ ਵੀ ਵੇਸਟੇਜ ਆਫ ਟਾਈਮ ਆ। ਸੋ ਚੀਜ਼ਾਂ ਨੂੰ ਲਿਖਣ ਵਾਸਤੇ ਆਪਣੀ ਜੋ ਤੁਹਾਨੂੰ ਇਹ PDF ਮਿਲਦੀ ਆ ਉਹਦੇ ਆਲੇ ਦੁਆਲੇ ਵੀ ਬਹੁਤ ਕੁਝ ਲਿਖਣਾ ਪੈਂਦਾ ਹੈ। ਖੈਰ ਆਜੋ ਅਗਲੇ ਕਰੰਟ ਅਫੇਅਰ ਤੇ ਚੱਲਦੇ ਹਾਂ। ਅਗਲਾ ਕਰੰਟ ਅਫੇਅਰ ਆ ਕਿ ਸੈਂਟਰ ਨੇ 56,415 ਕਰੋੜ ਰੁਪਈਆ ਜਿਹੜਾ ਹੈ ਉਹ ਕੈਪੈਕਸ ਸਕੀਮ ਦੇ ਤਹਿਤ, ਠੀਕ ਆ, ਉਹ ਸਟੇਟਾਂ ਨੂੰ ਦਿੱਤਾ ਹੈ। ਇਹਦਾ ਮਤਲਬ ਪੇਪਰ 'ਚ ਇਹ ਤਾਂ ਨਹੀਂ ਆਉਂਦਾ ਕਿ ਕਿੰਨੇ ਕਰੋੜ ਰੁਪਈਆ ਦਿੱਤਾ ਹੈ। ਇਸ ਪੱਧਰ ਦੇ ਪੇਪਰ ਤਾਂ ਹੁਣ ਪੰਜਾਬ ਦੇ ਵਿੱਚ ਜਾਂ ਵਧੀਆ ਪੇਪਰ ਆਉਣੇ ਬੰਦ ਹੋ ਗਏ। ਪਰ ਵਟ ਇਜ਼ ਕੈਪੈਕਸ ਸਕੀਮ? ਹੁਣ ਦੇਖੋ ਇੱਕ ਗੱਲ ਬੜੀ ਕਲੀਅਰ ਆ, ਕੇਂਦਰ ਸਰਕਾਰ ਸੂਬਿਆਂ ਨੂੰ ਪੈਸੇ ਦੇ ਸਕਦੀ ਹੈ, ਗਰਾਂਟਾਂ ਦੇ ਸਕਦੀ ਹੈ, ਠੀਕ ਆ। ਜਿਹੜੀ ਕੇਂਦਰ ਸਰਕਾਰ ਸੂਬਿਆਂ ਨੂੰ ਗਰਾਂਟਾਂ ਦਿੰਦੀ ਆ ਉਹਦੇ ਵਾਸਤੇ 291 292 ਇਹ ਆਰਟੀਕਲਸ ਬਣੇ ਹੋਏ ਆ, ਠੀਕ ਆ, ਕਿ ਜਿਹਦੇ ਤਹਿਤ ਕੇਂਦਰ ਸਰਕਾਰ ਸੂਬਿਆਂ ਨੂੰ ਗਰਾਂਟ ਦੇ ਸਕਦੀ ਹੈ। ਮਤਲਬ ਸੂਬਾ ਸਰਕਾਰਾਂ ਜਾਂ ਸਟੇਟ ਗਵਰਨਮੈਂਟਸ ਗਰਾਂਟਾਂ ਲੈ ਸਕਦੀਆਂ। ਇਹ ਕੈਪੈਕਸ ਐਕਸਪੈਂਡੀਚਰ ਕੀ ਆ? ਐਕਸਪੈਂਡੀਚਰ ਦਾ ਮਤਲਬ ਹੁੰਦਾ ਹੈ ਖਰਚਾ, ਕੈਪੀਟਲ ਦਾ ਮਤਲਬ ਹੁੰਦਾ ਹੈ ਪੂੰਜੀ, ਠੀਕ ਆ। ਦੇਖੋ ਇੱਕ ਗੱਲ ਕਲੀਅਰ ਆ, ਕੇਂਦਰ ਸਰਕਾਰ ਜਦੋਂ ਸੂਬਾ ਸਰਕਾਰਾਂ ਨੂੰ ਪੈਸਾ ਦੇਵੇ ਤੇ ਕਵੇ ਕਿ ਇਹਨੂੰ ਜਿੱਥੇ ਮਰਜ਼ੀ ਖਰਚ ਦਿਓ, ਤੁਸੀਂ ਆਪਣੇ ਲੋਕਾਂ ਦੀਆਂ ਤਨਖਾਹਾਂ ਦਿਓ, ਫਲਾਣਾ ਦਿਓ, ਇਹਨੂੰ ਕਹਿੰਦੇ ਆ ਆਪਣਾ ਰੈਵਨਿਊ ਐਕਸਪੈਂਡੀਚਰ। ਪਰ ਜੇ ਕੇਂਦਰ ਸਰਕਾਰ ਸਟੇਟ ਗੌਰਮੈਂਟਸ ਨੂੰ ਪੈਸਾ ਦੇ ਕੇ ਕਵੇ ਕਿ ਇਹਦੇ ਤੁਸੀਂ ਸਿਰਫ ਹੋਟਲ ਬਣਾਉਣੇ ਆ, ਹਸਪੀਟਲ ਬਣਾਉਣੇ ਆ, ਸੜਕਾਂ ਬਣਾਉਣੀਆਂ ਹੈ, ਪਿੰਡਾਂ ਨੂੰ ਜਾਂਦੀਆਂ ਸੜਕਾਂ ਬਣਾਉਣੀਆਂ ਹੈ, ਆਪਣੇ ਕੁਛ ਵੀ ਐਵੇਂ ਦੀ ਚੀਜ਼ ਦਾ ਨਿਰਮਾਣ ਕਰਨਾ ਹੈ ਜਿਹੜੀ ਕੱਲ੍ਹ ਨੂੰ ਤੁਹਾਨੂੰ ਪੈਸਾ ਕਮਾ ਕੇ ਦੇਵੇ, ਉਹਨੂੰ ਕਹਿੰਦੇ ਆ ਕੈਪੀਟਲ ਐਕਸਪੈਂਡੀਚਰ। ਤਾਂ ਕਈ ਸਟੇਟਾਂ ਦਾ ਨਾਮ ਆਇਆ ਇਹਦੇ 'ਚ ਜਿਨ੍ਹਾਂ ਨੂੰ ਕੈਪੀਟਲ ਐਕਸਪੈਂਡੀਚਰ ਸਕੀਮ ਦੇ ਤਹਿਤ ਇਹ ਪੈਸੇ ਦਿੱਤੇ ਗਏ ਆ।
बस ये गल बड़ी समझाउणी जरूरी सीगी। स्पैशल असिस्टेंस टू स्टेट फॉर कैपिटल इन्वेस्टमेंट स्कीम, ये पूरी स्कीम का नाम आ जिहदे वास्ते ये पैसे दिते गए आ। मतलब ये पैसा केंद्र सरकार द्वारा दिता कि तुसी स्टेट गौरमेंट जिहड़ी आ वो अपनी स्टेट दे विच पहला एक स्लिप ते मंजूरी लवे कि तुसी आ चीज़ उत्थे बनाओगे, अपना प्लैन लैके आओ, तो प्लैन लैके किहदे कोल आओ, वो लैके आउणा तुहानूं वित्त मंत्रालय जिन्हों इंग्लिश च कहंदे आ फाइनांस मिनिस्ट्री। हुण तुसी कहोगे सर फाइनांस मिनिस्ट्री दे अंडर किन्नू जाके वो प्लैन दिखावांगे जित्थों बाद तुहानूं पैसे की एलोकेशन होਊਗੀ। ये इंटरस्ट फ्री लोन हुंदा है, ब्याज रहित लोन, तो इनू बड़े आराम नाल तुसीं मोड़ना हुंदा है। इहदे वास्ते केंद्र सरकार स्टेट गौरमेंट्स नूं, सूबा सरकारां नूं मोटीवेट करदी है, राज सरकारां नूं कि तुसीं ये पैसा साडे तो लो ते अपने स्टेट दे विच इन्वेस्ट करो, ठीक आ, उहनूं किते ना किते उहदा निवेश करो। सो सब तो इंपॉर्टेंट गल, फाइनांस मिनिस्ट्री के अंडर 5 विभाग ने, 5 डिपार्टमेंट ने, उन्हां चों तुसीं जाना है खर्चा विभाग, एक्सपेंडिचर डिपार्टमेंट कोल। सो सब तो पहली गल, इहदी मंजूरी दिंदा है एक्सपेंडिचर डिपार्टमेंट। किहड़ी मिनिस्ट्री के अंडर आ? फाइनांस मिनिस्ट्री के अंडर आ। स्कीम का नाम मैं तुहानूं दसदा, स्पैशल असिस्टेंस टू स्टेट्स फॉर कैपिटल इन्वेस्टमेंट स्कीम। सो ये चीज़ पेपर च आ सकती है। तुहाडे दिमाग च आऊगा सर फाइनांस मिनिस्ट्री चों अज तक कदी सवाल आया? ਇਹਦੇ 5 डिपार्टमेंट खज्जल करते हैं तुहानूं पेपरां 'च। आ जिवें दा तुहाडे अजकल पेपरां दा लैवल हो गया, सुनो, एक डिपार्टमेंट आ डिपार्टमेंट ऑफ इकनॉमिक अफेयर्स, ठीक है। ये जिहड़ा डिपार्टमेंट ऑफ इकनॉमिक अफेयर्स आ, इहनूं पंजाबी च पता की कहंदे आ? आर्थिक मामलिਆਂ ਦਾ विभाग। ਜਿਹੜੇ ਸਾਡਾ ਬਜਟ ਬਣਦਾ ਹੈ ਤੇ ਜਿਹੜਾ ਸਾਡਾ ਆਰਥਿਕ ਸਰਵੇਖਣ ਹੁੰਦਾ ਹੈ, ਇਕਨੋਮਿਕ ਸਰਵੇ ਜਿਹਨੂੰ ਆਪਾਂ ਕਹਿੰਦੇ ਆ, ਇਹ ਛਾਪਣ ਦੀ ਜ਼ਿੰਮੇਵਾਰੀ ਇਸ ਵਿਭਾਗ ਦੀ ਹੈ, ਇਸ ਡਿਪਾਰਟਮੈਂਟ ਦੀ ਹੈ। ਦੂਜਾ ਹੈ ਖਰਚਾ ਵਿਭਾਗ, ਡਿਪਾਰਟਮੈਂਟ ਆਫ ਐਕਸਪੈਂਡੀਚਰ। ਤੁਸੀਂ ਨਾ ਕਦੀ ਵੀ ਸੁਣੋ ਕਿ ਅੱਜ ਕੱਲ੍ਹ ਕੇਂਦਰ ਜਿੰਨਾ ਪੈਸਾ ਸਟੇਟਾਂ ਨੂੰ ਦਿੰਦਾ ਹੈ, MSP ਦਿੰਦਾ ਹੈ, ਇਹ ਕੇਂਦਰ ਸਰਕਾਰ ਦੇ ਇੱਕ ਪੋਰਟਲ ਤੇ ਚੜ੍ਹਦਾ ਹੈ। ਉਸ ਪੋਰਟਲ ਦਾ ਨਾਮ ਆ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ। ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇਹ ਇੱਕ ਸਰਕਾਰੀ ਪੋਰਟਲ ਆ ਜਿਹਦੇ ਤੇ ਕੇਂਦਰ ਸਰਕਾਰ ਜੋ ਖਰਚਾ ਕਰਦੀ ਆ ਉਹ ਇਸੇ ਪੋਰਟਲ ਤੇ ਚੜ੍ਹਦਾ ਹੈ। ਉਹ ਪੋਰਟਲ ਕਿਹੜਾ ਵਿਭਾਗ ਚਲਾਉਂਦਾ ਹੈ? ਡਿਪਾਰਟਮੈਂਟ ਆਫ ਐਕਸਪੈਂਡੀਚਰ। ਮੋਸਟ ਇੰਪੋਰਟੈਂਟ ਤੀਜੀ ਗੱਲ, ਡਿਪਾਰਟਮੈਂਟ ਆਫ ਰੈਵਨਿਊ ਵਿਭਾਗ ਆ ਜਿਹੜਾ ਸਾਡਾ, ਠੀਕ ਆ। ਇਹਦੇ ਅੰਡਰ ਆਉਂਦੇ ਆ ਸਾਡੇ ਜਿਹੜੇ ਵੀ ਟੈਕਸ ਕਲੈਕਟ ਹੁੰਦੇ ਆ, ਚਾਹੇ ਟੈਕਸ ਚਾਹੇ ਨੌਨ ਟੈਕਸ, ਫੀਸਾਂ ਜੋ ਮਰਜ਼ੀ, ਚਾਹੇ ਤਾਂ ਟੈਕਸ ਕਲੈਕਟ ਕਰਨ ਵਾਸਤੇ ਅੱਗੇ 2 ਵਿਭਾਗ ਨੇ ਫਰਦਰ। CBDT ਡਾਇਰੈਕਟ ਟੈਕਸ ਇਕੱਠਾ ਕਰਦਾ ਹੈ ਜਿਹਨੂੰ ਅਸੀਂ ਪ੍ਰਤੱਖ ਕਰ ਕਹਿੰਦੇ ਆ, ਤੇ CBIC ਇਨਡਾਇਰੈਕਟ ਟੈਕਸ ਇਕੱਠੇ ਕਰਦੇ ਆ, GST ਟਾਈਪ। ਇਸ ਤੋਂ ਬਿਨਾ ਜਿੰਨਾ ਪੈਸਾ ਸਾਡਾ ਨੌਨ ਟੈਕਸ ਰੈਵਨਿਊ ਤੋਂ ਆਉਂਦਾ, ਤੁਸੀਂ ਕਹੋਗੇ ਸਰ ਗੈਰ ਕਰ ਕਮਾਈ ਕਿਹੜੀ ਹੁੰਦੀ ਹੈ ਸਾਡੀ, ਜਿਹੜੀ ਬਿਨਾ ਕਰ ਤੋਂ ਕਮਾਈ? यार फीसां हो गई, ये किहड़ा टैक्स आ, कोई ये कर थोड़ा है, ये नॉर्मल हो गया। फीसां हो गई जां होर किसी प्रकार की कलैक्शन, वो सब आही विभाग देखता है। अगे आ डिपार्टमेंट ऑफ फाइनैंशियल सर्विसिज, ठीक है, वित्त सेवावां दा विभाग। जिन्नियां साडियां केंद्र सरकार स्कीमां चलाउंदी आ पैसे नाल संबंधित, मुद्रा योजना, प्रधानमंत्री जन धन योजना, समृद्धि योजना, सुकन्या योजना, वो सारियां योजनावां, सारे बैंक, सारे इंश्योरेंस के अदारे सब ये अंडर आते हैं। मोस्ट इंपॉर्टेंट इस डिपार्टमेंट का नाम है डिपार्टमेंट ऑफ फाइनैंशियल सर्विसिज। अगला है डिपार्टमेंट ऑफ इन्वेस्टमेंट एंड पब्लिक एसेट मैनेजमेंट, इनू कहते हैं निवेश विभाग। ਭਾਰਤ ਦੇ ਵਿੱਚ ਕਿਸੇ ਬਾਹਰਲੇ ਬੰਦੇ ਨੇ ਕਿੰਨੀ ਪੂੰਜੀ ਨਿਵੇਸ਼ ਕਰਨੀ ਆ, ਕਿੰਨੀ ਕੈਪੀਟਲ ਇਨਵੈਸਟ ਕਰਨੀ ਆ, ਕਿਸੇ ਸੈਕਟਰ ਦੇ ਵਿੱਚ, ਕਿਸੇ ਖੇਤਰ 'ਚ ਤੁਸੀਂ ਕਿੰਨੇ % ਪੈਸਾ ਲਾ ਸਕਦੇ ਹੋ। ਹੁਣ ਮੰਨ ਲਓ ਕੋਈ ਬੰਦਾ ਬਾਹਰੋਂ ਆ ਕੇ ਇੰਡੀਆ 'ਚ डिफेंस च पैसा लाना चाहता, रखिया खेतर च पैसा लाना चाहता, वो 100% अपने नाँ ते चीज़ नहीं खरीद सकता। उन्होंने कहा जाऊगा कि इन्ने % हिस्सा तेरा, इन्ने % किसी इंडियन का पा। किसी सैक्टर दे विच तुसीं पूरे का पूरा बाहरों आके पैसा इन्वेस्ट कर सकते हो। इनू कहते हैं फॉरन इन्वेस्टमेंट, पूंजी निवेश, विदेशी निवेश। ये भी अगे बड़े क्लॉज बने आ, FDI, FII, इंस्टीट्यूशनल इन्वेस्टमेंट, डायरैक्ट इन्वेस्टमेंट। सुनिया होना तुसीं FII, FDI। तो मैं तुहानूं दसदा, मोटे मोटे तौर पर दसदा, बाहरों आया पैसा जे साडे किसी खेतर च लगे पैसे का 10% तो घट आ तो FII आ, तो 10% तो वध आ तो FDI आ। ये तो जस्ट मैं उपरों उपरों गल दसी है, कई बार पेपर च आ जाता कि FDI होने वास्ते X% जिहड़ा है वो पैसा होना तो वध होना चाहिए। X इज़ इक्वल टू 2, 5, 10 के 20 ऐं उलझा लेंदे तुहानूं। ये मायाराम कमेटी ने कहा सी, बाकी तो मैं डिटेल च पढ़ाऊँगा जो मैं स्टैटिक्स सबजैक्ट पढ़ाऊँगा। पर याद रखियो
ਵਿਦੇਸ਼ੀ ਪੈਸਾ ਕਿੰਨਾ ਸਾਡੇ ਦੇਸ਼ 'ਚ ਆ ਸਕਦਾ ਹੈ ਉਹਦਾ ਹਿਸਾਬ ਕਿਤਾਬ ਰੱਖਦਾ ਹੈ ਡਿਪਾਰਟਮੈਂਟ ਆਫ ਇਨਵੈਸਟਮੈਂਟ। ਤੇ ਭਾਰਤ ਸਰਕਾਰ ਨੇ ਕਿਹੜੀ ਸਰਕਾਰੀ ਕੰਪਨੀ ਨੂੰ ਵੇਚਣਾ ਹੈ, ਕਿਹਨੂੰ ਖਰੀਦਣਾ ਹੈ। ਵੈਸੇ ਸਰਕਾਰਾਂ ਅੱਜ ਕੱਲ੍ਹ ਘੱਟ ਹੀ ਚੀਜ਼ਾਂ ਖਰੀਦਦੀਆਂ। ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਸਰਕਾਰ ਪੰਜਾਬ ਤੋਂ ਬਾਹਰ ਦੇ ਪਲਾਂਟ ਖਰੀਦਣ ਜਾ ਰਹੀ ਆ। ਠੀਕ ਆ, ਚੰਗਾ ਸੰਕੇਤ ਆ ਕਿ ਕੋਈ ਸਟੇਟ ਗੌਰਮੈਂਟ ਕਿਸੇ ਚੀਜ਼ ਨੂੰ ਵੇਚਣ ਦੀ ਬਜਾਏ ਖਰੀਦ ਰਹੀ ਆ। ਪੰਜਾਬ ਨਾਲ ਰਿਲੇਟਡ ਕਰੰਟ ਵੀ ਥੱਲੇ ਆਉਣਗੇ। ਤਾਂ ਇਹ ਆਪਣੇ ਕਰੰਟ ਅਫੇਅਰਸ ਦੀ ਖਾਸੀਅਤ ਵੀ ਆ ਕਿ ਆਪਾਂ ਪੰਜਾਬ ਦੇ ਡੇਲੀ ਦੇ 1 ਜਾਂ 2 ਕਰੰਟ ਨਾਲ ਪੜ੍ਹਿਆ ਕਰਾਂਗੇ। ਆ ਜਾਓ, ਸਭ ਤੋਂ ਇੰਪੋਰਟੈਂਟ ਵਿਭਾਗ ਪਬਲਿਕ ਇੰਟਰਪ੍ਰਾਈਜ਼ਿਸ। ਭਾਰਤ ਦੀਆਂ ਜਿੰਨੀਆਂ ਹੈਵੀ ਇੰਡਸਟਰੀਜ਼ ਨੇ, ਵੱਡੇ ਅਦਾਰੇ ਆ, ਉਹ ਇਸੇ ਡਿਪਾਰਟਮੈਂਟ ਦੇ ਅੰਡਰ ਆ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, 2020 ਤੋਂ ਪਹਿਲਾਂ 20 ਤੇ 20 ਤੋਂ ਪਹਿਲਾਂ ਇਹ ਡਿਪਾਰਟਮੈਂਟ ਜਿਹੜਾ ਸੀਗਾ ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ ਨਹੀਂ ਸੀ ਹੁੰਦਾ, ਹੈਵੀ ਇੰਡਸਟਰੀਜ਼ ਦੇ ਅੰਡਰ ਹੁੰਦਾ ਸੀ। ਉੱਥੋਂ ਇਹ ਹੁਣੇ ਸ਼ਿਫਟ ਹੋ ਕੇ ਇੱਧਰ ਆਇਆ ਹੈ। ਸੋ ਇਹ 5 ਡਿਪਾਰਟਮੈਂਟ, ਰੱਟਾ ਮਾਰ ਲਿਓ 5 ਹੋ ਗਏ ਕਿ 6 ਡਿਪਾਰਟਮੈਂਟ। ਨੈਕਸਟ ਅੱਗੇ ਆ ਜਾਓ। ਕਰੰਟ ਅਫੇਅਰਸ ਨੂੰ ਤੁਸੀਂ ਪੰਜਾਬੀ 'ਚ ਪੜ੍ਹੋ, ਇੰਗਲਿਸ਼ 'ਚ ਪੜ੍ਹੋ, ਉਹ ਤੁਹਾਡੀ ਟੈਨਸ਼ਨ ਆ। ਕਹਿੰਦੇ IIT ਕਾਨਪੁਰ ਜਿਹੜੀ ਆ, ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੀ ਟੌਪ ਲੈਵਲ ਦੀਆਂ IITs ਮਦਰਾਸ, ਕਾਨਪੁਰ ਤੇ ਦਿੱਲੀ 'ਚ ਇਹ ਮੂਰਲਿਆਂ 'ਚ ਰਹਿੰਦੀ ਹੈ। ਇਹਨਾਂ ਨੇ ਕਲਾਊਡ ਸੀਡਿੰਗ ਵਾਸਤੇ ਇੱਕ ਟੈਸਟ ਫਲਾਈਟ ਕੰਡਕਟ ਕੀਤੀ ਹੈ। ਅਸਲ ਦੇ ਵਿੱਚ ਇਹ ਕਲਾਊਡ ਸੀਡਿੰਗ ਹੁੰਦਾ ਕੀ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ। ਦੇਖੋ, ਇਹਨੂੰ ਕਹਿੰਦੇ ਆ ਕਿ ਨਕਲੀ ਮੀਂਹ ਪਵਾਉਣਾ। ਆਪਾਂ ਨੂੰ ਪਤਾ ਹੈ ਕਿ ਆਕਾਸ਼ ਦੇ ਵਿੱਚ ਪਾਣੀ ਦੇ ਮੋਲੀਕਿਊਲਸ ਨੇ, ਹੌਲੀ ਹੌਲੀ ਉਹ ਜੁੜ ਜਾਂਦੇ ਆ ਤੇ ਫਿਰ ਉਹ ਬੱਦਲ ਬਣ ਜਾਂਦੇ ਆ, ਫਿਰ ਉਹ ਭਾਰੇ ਹੋ ਜਾਂਦੇ ਆ ਤੇ ਫਿਰ ਉਹ ਮੀਂਹ ਬਣ ਕੇ ਬਾਹਰ ਆਉਂਦੇ ਆ। ਕਿਉਂ ਨਾ, ਜੇ ਪਾਣੀ ਦੇ ਮੋਲੀਕਿਊਲਸ, ਪਾਣੀ ਦੇ ਕਣ ਹਵਾ 'ਚ ਦੂਰ ਦੂਰ ਨੇ, ਕੋਈ ਐਵੇਂ ਦਾ ਰਸਾਇਣ, ਐਵੇਂ ਦਾ ਕੈਮੀਕਲ ਉਹਦੇ 'ਤੇ ਛਿੜਕ ਦਈਏ ਜਿਹੜਾ ਪਾਣੀ ਦੇ ਮੋਲੀਕਿਊਲਸ ਨੂੰ ਇਕੱਠਾ ਕਰ ਦੇ। ਇਹ ਕੋਈ ਜਾਲੀ ਮੀਂਹ ਨੀਗਾ, ਇਹ ਬਸ ਉਸ ਪ੍ਰਕਿਰਿਆ ਨੂੰ ਤੇਜ਼ ਕਰਦਾ ਕਿ ਹੌਲੀ ਹੌਲੀ ਇਹ 15ਵੇਂ ਦਿਨ ਜੁੜ ਕੇ ਬੱਦਲ ਬਣਨਗੇ। ਐਵੇਂ ਦੀ ਕੋਈ ਚੀਜ਼ ਲਿਆ ਦਈਏ ਜਿਹਦੇ ਨਾਲ ਇਹ ਪਹਿਲਾਂ ਹੀ ਚਿਪਕ ਜਾਣ, ਤੇ ਜਦੋਂ ਚਿਪਕ ਕੇ ਬੱਦਲ ਬਣ ਗਏ ਮੀਂਹ ਵਰ ਗਿਆ। ਸੋ ਆਹ ਕੰਮ ਆ। ਹੁਣ ਤੁਸੀਂ ਕਹੋਗੇ ਸਰ ਕਲਾਊਡ ਸੀਡਿੰਗ ਤਾਂ ਆ ਗਈ ਸਮਝ, ਕਿ ਇੱਕ ਰਸਾਇਣ ਆ, ਇੱਕ ਕੈਮੀਕਲ ਆ ਜਿਹੜਾ ਉੱਪਰ ਪਾਵਾਂਗੇ, ਜਿਹੜਾ ਪਾਣੀ ਦੇ ਕਣਾਂ ਨੂੰ ਆਪਸ 'ਚ ਜੋੜ ਦੂਗਾ ਤੇ ਬੱਦਲ 15-20 ਦਿਨ ਪਹਿਲਾਂ ਹੀ ਬਣਾ ਦੂਗਾ, ਜਦੋਂ ਕਹੋਗੇ ਉਦੋਂ ਮੀਂਹ ਪਾ ਦੂਗਾ। ਪਰ ਇਹ ਤਾਂ ਦੱਸੋ ਕਿ ਉਹ ਕੈਮੀਕਲ ਹੈ ਕਿਹੜਾ ਹੈ। ਆ ਲਓ ਜੀ, ਕਹਿੰਦੇ ਸਭ ਤੋਂ ਇੰਪੋਰਟੈਂਟ ਕੈਮੀਕਲ ਜਿਹੜਾ ਅੱਜ ਕੱਲ੍ਹ ਵਰਤਿਆ ਜਾਂਦਾ ਹੈ, ਜਿਹੜਾ ਖਤਰਨਾਕ ਵੀ ਥੋੜ੍ਹਾ ਜਿਹਾ ਮੰਨਿਆ ਜਾ ਰਿਹਾ, ਸਿਲਵਰ ਆਇਓਡਾਈਡ। ਇਸ ਤੋਂ ਬਿਨਾਂ ਡਰਾਈ ਆਈਸ, ਕਾਰਬਨ ਡਾਈਆਕਸਾਈਡ, ਕਾਮਨ ਸਾਲਟ ਤੇ ਹੋਰ ਕਈ ਇਸ ਤਰੀਕੇ ਦੇ ਰਸਾਇਣ ਨੇ। ਸਭ ਤੋਂ ਇੰਪੋਰਟੈਂਟ ਸਿਲਵਰ ਆਇਓਡਾਈਡ ਆ, ਜਿਹੜਾ ਅੱਜ ਕੱਲ੍ਹ ਪੇਪਰਾਂ 'ਚ ਪੁੱਛਿਆ ਵੀ ਜਾਂਦਾ ਹੈ ਕਿ ਕਲਾਊਡ ਸੀਡਿੰਗ ਵਾਸਤੇ ਕਿਹੜਾ ਯੂਜ਼ ਕੀਤਾ ਜਾਂਦਾ ਹੈ। ਠੀਕ ਆ, 2008 ਦੀਆਂ ਬੀਜ਼ਿੰਗ ਓਲੰਪਿਕਸ ਦੇ ਵਿੱਚ ਸੁਣਨ 'ਚ ਆਇਆ ਸੀ ਕਿ ਜਿੱਦਣ ਓਪਨਿੰਗ ਸੈਰੇਮਨੀ ਹੋਣੀ ਸੀ ਨਾ, ਉਸ ਦਿਨ ਮੀਂਹ ਦੱਸਿਆ ਸੀ ਉਹਨਾਂ ਨੇ। ਠੀਕ ਆ, ਤਾਂ ਜਿਵੇਂ ਆਪਣੇ ਪਿੰਡਾਂ 'ਚ ਨਹੀਂ ਕਹਿ ਦਿੰਦੇ ਕਿ ਨੈੱਟ 'ਤੇ ਦੇਖ ਕੇ ਦੱਸ ਮੀਂਹ ਕਦੋਂ ਦੱਸਿਆ ਹੈ, ਤਾਂ ਉਸ ਦਿਨ ਦਾ ਮੀਂਹ ਸੀਗਾ। ਹੁਣ ਬੀਜਿੰਗ ਜਿਹੜੀ ਅਥਾਰਟੀਜ਼ ਸੀਗੀਆਂ ਉੱਥੋਂ ਦੀਆਂ, ਉਹਨਾਂ ਨੂੰ ਚਿੰਤਾ ਹੋ ਗਈ, ਤਾਂ ਉਹਨਾਂ ਨੇ ਫਿਰ ਕਲਾਊਡ ਸੀਡਿੰਗ ਨਾਲ 2 ਦਿਨ ਪਹਿਲਾਂ ਹੀ ਮੀਂਹ ਪਵਾ ਲਿਆ, ਤਾਂ ਜੋ ਉਸ ਦਿਨ ਮੀਂਹ ਦੀ ਸੰਭਾਵਨਾ ਆਲਮੋਸਟ 0 ਹੋ ਜਾਏ। ਸੋ ਇਹ ਕੁਝ ਕੇਸ ਨੇ ਜਿਹੜੇ ਤੁਹਾਨੂੰ ਦੱਸੇ ਆ ਮੈਂ। ਠੀਕ ਆ, ਸੋ ਆਹ ਹੋ ਗਿਆ ਆਪਣਾ ਕਲਾਊਡ ਸੀਡਿੰਗ। ਕਲਾਊਡ ਸੀਡਿੰਗ ਦਾ ਕੰਸੈਪਟ ਮੈਂ ਦੱਸਦਾ। ਨੈਕਸਟ ਉਸ ਤੋਂ ਬਾਅਦ ਆ ਗਿਆ ਟਾਈਮਜ਼, ਇੱਕ ਬੜੀ ਪ੍ਰਤਿਸ਼ਠਿਤ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕ੍ਰੈਡੀਬਲ, ਇੱਕ ਕ੍ਰੈਡੀਬਲ ਮੈਗਜ਼ੀਨ ਆ, UK ਬੇਸਡ। ਉਹਨਾਂ ਦੀ ਅਕਸਰ ਇੱਕ ਰੈਂਕਿੰਗ ਆਉਂਦੀ ਰਹਿੰਦੀ ਆ, ਕਦੀ ਸਿਰਫ ਕਹਿ ਲਓ ਕਿ ਗਲੋਬਲ ਰੈਂਕਿੰਗ ਵੈਸ਼ਵਿਕ ਪੱਧਰ 'ਤੇ, ਅਤੇ ਕਈ ਵਾਰੀ ਸਿਰਫ ਕਿਸੇ ਉਹਦੇ ਪੱਧਰ 'ਤੇ, ਕਿਸੇ ਇੱਕ ਮਹਾਂਦੀਪ ਕੌਂਟੀਨੈਂਟ ਦੇ ਪੱਧਰ 'ਤੇ। ਇਹ ਜਿਹੜੀ ਰੈਂਕਿੰਗ ਆ, ਇਹਦੇ 'ਚ ਧੋਖਾ ਨਾ ਖਾ ਜਿਓ, ਇਹ ਏਸ਼ੀਆ ਦੀ ਰੈਂਕਿੰਗ ਆ। ਟਾਈਮਜ਼ ਹਾਇਰ ਐਜੂਕੇਸ਼ਨਲ ਇੰਸਟੀਟਿਊਟਸ ਜਿਹੜੇ ਆ, ਉਹਨਾਂ ਨੂੰ ਲਾਈਨ ਵਾਈਜ਼ ਲਾਇਆ ਗਿਆ ਹੈ, ਪਹਿਲੇ 50, ਪਹਿਲੇ 100 ਤੇ ਪਹਿਲੇ 200। ਏਸ਼ੀਆ ਦੇ ਜਿਹੜੇ ਟੌਪ ਦੇ ਇੰਸਟੀਟਿਊਟਸ ਆ, ਉਹਨਾਂ ਦੀ ਗੱਲ ਕੀਤੀ ਆ, ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਟੌਪ 50 'ਚ ਇੰਡੀਆ ਦੀ ਸਿਰਫ ਇੱਕੋ ਹੀ ਯੂਨੀਵਰਸਿਟੀ ਆਈ ਆ, ਇੰਡੀਅਨ ਇੰਸਟੀਟਿਊਟ ਆਫ ਸਾਇੰਸ ਬੈਂਗਲੁਰੂ। ਠੀਕ ਆ, ਇਸ ਤੋਂ ਬਾਅਦ ਪਹਿਲੇ 100 ਦੀ ਗੱਲ ਕਰੀਏ ਤਾਂ ਇੱਕ ਦੂਜੀ ਯੂਨੀਵਰਸਿਟੀ ਆ JSS ਅਕੈਡਮੀ ਆਫ ਹਾਇਰ ਐਜੂਕੇਸ਼ਨ ਮੈਸੂਰੂ। ਠੀਕ ਆ, ਜਿਹੜੀ ਪੰਜਾਬ ਦੀਆਂ ਇੰਡੀਆ ਦੀਆਂ ਯੂਨੀਵਰਸਿਟੀਆਂ 'ਚ ਦੂਜੇ ਨੰਬਰ 'ਤੇ ਆਈ ਹੈ। ਸੋ ਇਹਦੇ ਨਾਲ ਕੀ ਹੋਇਆ, 200 ਦੇ ਵਿੱਚ ਪਹਿਲੇ 100 ਦੇ ਵਿੱਚ ਇੰਡੀਆ ਦੀਆਂ 2 ਯੂਨੀਵਰਸਿਟੀਜ਼ ਆ ਗਈਆਂ। ਸੋ ਸਭ ਤੋਂ ਪਹਿਲੀ ਗੱਲ, ਪਹਿਲੇ 50 'ਚ ਟਾਈਮਜ਼ ਦੀ ਜਿਹੜੀ ਇਹ ਰਿਪੋਰਟ ਆਈ ਹੈ, ਇੰਡੀਆ ਦੀ 1 ਯੂਨੀਵਰਸਿਟੀ ਹੈ। ਪਹਿਲੇ 100 'ਚ ਸਿਰਫ 2 ਯੂਨੀਵਰਸਿਟੀਆਂ, ਤੇ ਚਾਈਨਾ ਦੀ ਸ਼ਿੰਗਵਾ ਯੂਨੀਵਰਸਿਟੀ ਜਿਹੜੀ ਆ, ਉਹਨੇ ਟੌਪ ਕੀਤਾ ਹੈ। ਮੋਸਟ ਇੰਪੋਰਟੈਂਟ ਕਿ ਕਿਹੜੀ ਦੇਸ਼ ਦੀ ਯੂਨੀਵਰਸਿਟੀ ਹੈ ਜਿਹਨੇ ਟੌਪ ਕੀਤਾ ਹੈ। ਇਸ ਤੋਂ ਬਾਅਦ ਪੈਕਿੰਗ ਯੂਨੀਵਰਸਿਟੀ ਤੇ ਫਿਰ ਅੱਗੇ ਨੈਸ਼ਨਲ ਯੂਨੀਵਰਸਿਟੀ, ਇਹ ਦੋਵੇਂ ਸਿੰਗਾਪੁਰ ਦੀਆਂ ਹੈ। ਸੋ ਸਭ ਤੋਂ ਇੰਪੋਰਟੈਂਟ ਪਹਿਲੇ ਰੈਂਕ 'ਤੇ ਆਉਣ ਵਾਲੀ ਯੂਨੀਵਰਸਿਟੀ ਇੰਡੀਆ 'ਚੋਂ ਜਿਹੜੀ ਯੂਨੀਵਰਸਿਟੀ ਨੇ ਟੌਪ ਕੀਤਾ ਹੈ, ਤੇ ਇਹਦਾ ਓਵਰਆਲ ਰੈਂਕ। ਠੀਕ ਆ, ਸੋ ਇਹ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਹੈ। ਸੋ ਨੈਕਸਟ ਅੱਗੇ ਆ ਗਏ ਕਿ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਬੈਂਗਲੁਰੂ ਓਵਰਆਲ ਏਸ਼ੀਆ ਦੀਆਂ ਯੂਨੀਵਰਸਿਟੀਆਂ 'ਚੋਂ 48ਵੇਂ 'ਤੇ ਆ,
ਪਹਿਲੇ ਪੰਜਾਬਾਂ 'ਚ ਭਾਰਤ ਦੀ ਇੱਕੋ ਇੱਕ ਯੂਨੀਵਰਸਿਟੀ ਆ ਤੇ ਸਭ ਤੋਂ ਪਹਿਲੇ ਨੰਬਰ ਤੇ ਆਈ ਆ ਸਿੰਗਵਾ ਯੂਨੀਵਰਸਿਟੀ ਚਾਈਨਾ ਦੀ। ਸੋ ਨੈਕਸਟ ਅੱਗੇ ਆ ਜਾਓ। ਅਗਲਾ ਕਰੰਟ ਅਫੇਅਰ ਆ ਗਿਆ ਕਿ ਬੰਗਲੌਰੂ 에ਅਰਪੋਰਟ ਜਿਹੜਾ ਹੈ ਉਹਨਾਂ ਨੇ BRR ਪਰਸੈਪ, ਬਿਲਕੁਲ ਕੋਈ ਬਹੁਤ ਹਾਈ ਲੈਵਲ ਦਾ ਕਰੰਟ ਅਫੇਅਰ ਨਹੀਂਗਾ, ਠੀਕ ਆ। ਦੇਖੋ ਸਾਡੇ 에ਅਰਪੋਰਟਸ ਨੂੰ ਡਿਜੀਟਾਈਜ਼ ਕਰਨ ਦਾ ਕਨਸੈਪਟ ਜਿਹੜਾ ਹੈ ਉਹ ਲਗਾਤਾਰ ਚੱਲ ਰਿਹਾ ਹੈ। ਸੋ ਇਹ ਇੱਕ ਬੇਸਿਕਲੀ ਆਪਣੇ ਆਪ 'ਚ ਨਾ ਇਹ ਇੱਕ ਐਪ ਆ ਜਿਸ ਦਾ ਬੇਸਿਕ ਇਹ ਆਪਣੇ ਆਪ 'ਚ ਇੱਕ ਓਮਨੀ ਚੈਨਲ ਪਲੇਟਫਾਰਮ ਆ। ਬਸ ਇਹ ਯਾਦ ਰੱਖਿਓ ਕਿ ਓਮਨੀ ਚੈਨਲ ਪਲੇਟਫਾਰਮ ਹੁੰਦਾ ਕੀ ਹੈ। ਇੱਕ ਇਹੋ ਜਿਹਾ ਪਲੇਟਫਾਰਮ ਜਿੱਥੇ ਤੁਸੀਂ ਤਕਰੀਬਨ ਹਰ ਇੱਕ ਪ੍ਰਕਾਰ ਦੀ ਜਾਣਕਾਰੀ ਇਕੱਠੀ ਕਰ ਸਕੋ। ਉਦਾਹਰਨ ਦੇ ਤੌਰ ਤੇ ਤੁਸੀਂ 에ਅਰਪੋਰਟ ਦੇ ਅੰਦਰ ਹੋਵੋ ਤੇ ਤੁਹਾਨੂੰ ਪਤਾ ਹੋਵੇ ਕਿ ਵਾਸ਼ਰੂਮ ਕਿੱਧਰ ਨੇ, ਤੁਹਾਨੂੰ ਇਹ ਪਤਾ ਹੋਵੇ ਕਿ ਟਿਕਟ ਕਿੱਥੋਂ ਮਿਲੂਗੀ, ਤੁਹਾਨੂੰ ਪਤਾ ਕਿ ਬੋਰਡਿੰਗ ਪਾਸ ਕਿੱਥੋਂ ਮਿਲਣਗੇ, ਤੁਹਾਨੂੰ ਪਤਾ ਕਿ ਮਾਰਕੀਟ ਕਿੱਥੇ ਆ, ਕਿਹੜੀ ਚੀਜ਼ ਕਿੱਥੇ ਅਵੇਲੇਬਲ ਆ। ਜੇ ਸਭ ਕੁਝ ਕਿਸੇ ਇੱਕ ਪਲੇਟਫਾਰਮ ਤੇ ਮਿਲ ਜੇ ਤੁਹਾਨੂੰ, ਬੇਸਿਕਲੀ ਉਹ ਆਪਣੇ ਆਪ 'ਚ ਇੱਕ ਓਮਨੀ ਚੈਨਲ ਪਲੇਟਫਾਰਮ ਹੁੰਦਾ ਹੈ। ਸੋ ਬੰਗਲੌਰੂ ਜਿਹੜਾ 에ਅਰਪੋਰਟ ਆ ਉਹਨਾਂ ਨੇ ਇੱਕ BLR ਪਲਸ ਐਪ ਜਿਹੜੀ ਆ ਉਹ ਪੈਸੰਜਰਸ ਦੀ ਸਹੂਲੀਅਤ ਵਾਸਤੇ ਸ਼ੁਰੂ ਕੀਤੀ ਹੈ। ਗ੍ਰੇ ਮੈਟਰ ਸੌਫਟਵੇਅਰ ਸਰਵਿਸਿਜ਼ ਇਹ ਉਹ ਅਦਾਰਾ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਹੈ, ਜਿਨ੍ਹਾਂ ਨੇ ਇਹ ਐਪ ਡਿਵੈਲਪ ਕੀਤੀ ਹੈ। ਤੇ ਇਹ ਐਪ ਪਹਿਲੀ ਵਾਰ ਲਾਂਚ ਕਰਨ ਵਾਲਾ ਜਿਹੜਾ 에ਅਰਪੋਰਟ ਆ ਦੈਟ ਇਜ਼ ਬੰਗਲੁਰੂ 에ਅਰਪੋਰਟ। ਮੀਨਸ ਦੇਖੋ ਇੱਕ ਗੱਲ ਕਲੀਅਰ ਆ, ਤੁਹਾਨੂੰ ਆਪ ਰਿਸਰਚ ਕਰਕੇ ਮੱਥਾ ਮਾਰਨ ਦੀ ਲੋੜ ਨਹੀਂ। ਸਿੰਪਲ ਜੀ ਗੱਲ ਆ, ਤੁਹਾਡੇ ਸਾਹਮਣੇ ਕਰੰਟ ਅਫੇਅਰ ਰੱਖਤਾ, ਹੁਣ ਤੁਸੀਂ ਸਿਰਫ ਪੜ੍ਹਨਾ ਹੈ। ਨਹੀਂ ਤਾਂ ਤੁਹਾਨੂੰ ਕਰੰਟ ਅਫੇਅਰ ਪੜ੍ਹਨਾ ਪੈਂਦਾ ਸੀ, ਫਿਰ ਰਿਸਰਚ ਕਰਨੀ ਪੈਂਦੀ ਸੀ ਕਿ ਆਹ ਸ਼ਬਦ ਦਾ ਕੀ ਮਤਲਬ ਆ, ਆਹ ਸ਼ਬਦ ਦਾ ਕੀ ਮਤਲਬ ਆ। ਕਰੰਟ ਅਫੇਅਰਸ ਪੜ੍ਹਾਉਣ ਲੱਗੇ ਇਸ ਗੱਲ ਦਾ ਬਕਾਇਦਾ ਧਿਆਨ ਰੱਖਿਆ ਜਾਊਗਾ ਕਿ ਤੁਹਾਡੇ ਪੜ੍ਹਨ ਦੇ ਸਮੇਂ ਨੂੰ ਘਟਾ ਦਿੱਤਾ ਜਾਵੇ। ਤੇ ਹਰ ਇੱਕ ਗੱਲ ਹੋਰ ਕਿ ਕਰੰਟ ਅਫੇਅਰ ਜੇ ਮਗਰ ਕਿਸੇ 2-4 ਮਹੀਨੇ ਪੁਰਾਣੇ ਕਰੰਟ ਅਫੇਅਰ ਨਾਲ ਲਿੰਕ ਹੁੰਦਾ ਹੈ ਤਾਂ ਉਹ ਵੀ ਕਰੰਟ ਅਫੇਅਰ ਵਿੱਚੋਂ ਚੱਕ ਲਈਏ। ਅੱਗੇ ਆ ਜਾਓ। IIT ਮਦਰਾਸ ਇਹ ਖਬਰਾਂ 'ਚ ਕਿਉਂ ਆ ਗਈ? ਇਹ ਖਬਰਾਂ 'ਚ ਇਸ ਕਰਕੇ ਆ, ਅੱਜ ਤੱਕ IITs ਦੇ ਵਿੱਚ ਨੋਰਮਲ ਸਾਰੇ ਕੈਟੇਗਰੀ ਦੇ ਕੋਟੇ ਸੀਗੇ, ST SC। ਤੇ 2007 ਦੇ ਵਿੱਚ ਜਦੋਂ ਅਮੈਂਡਮੈਂਟ ਹੋਈ, ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਕਿ ਉਹ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਆ ਜਿਹਦੇ ਨਾਲ OBC ਕੋਟਾ ਯੂਨੀਵਰਸਿਟੀਜ਼ ਦੇ ਐਜੂਕੇਸ਼ਨਲ ਇੰਸਟੀਟਿਊਟਸ 'ਚ ਆਇਆ। ਤੇ ਗੱਲ 2006 ਦੀ ਆ। ਮੋਸਟ ਇੰਪੋਰਟੈਂਟ ਇੰਨੀ ਕੁ ਤਾਂ ਸਰਚ ਤੁਸੀਂ ਆਪ ਕਰੋ। ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਪੋਰਟਸ ਦੇ ਵਿੱਚ ਵਿਭਿੰਨਤਾ। ਦੇਖੋ ਇੱਕ ਗੱਲ ਆ, ਸਪੋਰਟਸ ਦੇ ਬੱਚੇ ਟੈਕਨੀਕਲ ਐਜੂਕੇਸ਼ਨ 'ਚ ਜਾਣ ਤਾਂ ਇਹ ਆਪਣੇ ਆਪ 'ਚ ਇੱਕ ਡਾਈਵਰਸਿਟੀ ਆ, ਇਹ ਵਿਭਿੰਨਤਾ ਹੀ ਇੱਕ। ਤਾਂ ਵਿਭਿੰਨ ਵਿਭਾਗਾਂ ਦੇ ਵੱਖੋ ਵੱਖਰੀ ਖੇਤਰ ਦੇ ਲੋਕਾਂ ਨੂੰ ਟੈਕਨੀਕਲ ਫੀਲਡ 'ਚ ਲੈ ਕੇ ਆਉਣ ਵਾਸਤੇ, ਤਕਨੀਕ ਦੀ ਫੀਲਡ 'ਚ ਲੈ ਕੇ ਆ ਕੇ ਮੋਟੀਵੇਟ ਕਰਨ ਵਾਸਤੇ IIT ਮਦਰਾਸ ਉਹ ਪਹਿਲੀ IIT ਆ ਭਾਰਤ ਦੀ ਜਿਹੜੀ ਕਿ ਸਪੋਰਟਸ ਕੋਟਾ ਅਲਾਓ ਕਰਨ ਜਾ ਰਹੀ ਆ। ਸੋ ਆਪਣੇ ਆਪ 'ਚ ਇੱਕ ਕਰੰਟ ਅਫੇਅਰ ਸੀ, ਉਹ ਵੀ ਦੱਸਤਾ। ਨੈਕਸਟ ਉਸ ਤੋਂ ਬਾਅਦ FIFA ਅੰਡਰ 17 ਵਰਲਡ ਕੱਪ, ਠੀਕ ਆ। ਇਹ ਇਸ ਵਾਰ ਗੱਲ ਚੱਲ ਰਹੀ ਸੀ ਪੇਰੂ ਦੀ, ਪਰ ਇਹ ਹੁਣ ਮਿਲ ਗਿਆ ਇੰਡੋਨੇਸ਼ੀਆ ਨੂੰ, ਠੀਕ ਆ। ਮੋਸਟ ਇੰਪੋਰਟੈਂਟ ਆ ਕਿ ਅੰਡਰ 17 ਵਰਲਡ ਕੱਪ ਇੰਡੋਨੇਸ਼ੀਆ ਹੋਸਟ ਕਰੂਗੀ ਤੇ ਕੋਲੰਬੀਆ ਦੇਸ਼ ਜਿਹੜਾ ਹੈ ਉਹ 2024 ਦਾ ਅੰਡਰ 20 ਵੂਮਨ ਵਰਲਡ ਕੱਪ ਕਰੂਗਾ। ਡੋਮੀਸ਼ੀਆ ਇਹ ਅੰਡਰ 17 ਵੂਮਨ ਵਰਲਡ ਕੱਪ ਜਿਹੜਾ ਹੈ ਉਹਦਾ ਹੋਸਟਿੰਗ ਕਰੂਗਾ। ਸੋ FIFA ਨੇ ਕੁਝ ਐਲਾਨ ਕੀਤੇ ਆ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਪੇਪਰਾਂ ਦੇ ਵਿੱਚ ਇਹੋ ਜਿਹੇ ਕਰੰਟ ਅਫੇਅਰ ਆ ਹੀ ਰਹੇ ਆ ਕਿ ਅਗਲਾ 2024 ਦਾ ਅੰਡਰ 17 ਅੰਡਰ 20 ਵੀਮਨ ਵਰਲਡ ਕੱਪ ਜਿਹੜਾ ਹੈ ਉਹ ਕਿੱਥੇ ਹੋਣ ਜਾ ਰਿਹਾ। ਸੋ ਇਸ ਕਰੰਟ ਅਫੇਅਰ ਨੂੰ ਇਨਕਲੂਡ ਕਰਨਾ ਮੇਰੀ ਜ਼ਰੂਰਤ, ਤੁਹਾਡੀ ਵੀ ਜ਼ਰੂਰਤ ਆ ਤੇ ਮੈਂ ਵੀ ਸਕਿਪ ਨਹੀਂ ਸੀ ਕਰ ਸਕਦਾ। ਗੱਲ ਤੁਰੀ ਆ FIFA ਦੀ, ਤਾਂ ਯਾਦ ਰੱਖਿਓ FIFA ਦਾ ਹੈੱਡਕੁਆਟਰ ਸਵਿਟਜ਼ਰਲੈਂਡ ਦੇ ਜ਼ੂਰਿਕ 'ਚ, ਪਰ 1904 'ਚ ਜਦੋਂ ਇਹ ਸੰਸਥਾ ਬਣੀ ਸੀ ਤਾਂ ਇਹ ਪੈਰਿਸ ਦੇ ਵਿੱਚ ਸੀ। ਗਿਆਨੀ ਇਨਫੈਂਟਿਨੋ ਇਹ ਫਿਲਹਾਲ ਇਹਦੇ ਪ੍ਰੈਜ਼ੀਡੈਂਟ ਚੱਲ ਰਹੇ ਨੇ, ਠੀਕ ਆ। ਤੇ FIFA ਵਰਲਡ ਕੱਪ ਨੂੰ ਭੁੱਲੇ ਤਾਂ ਨਹੀਂ 2022 ਵਾਲੇ ਨੂੰ, ਠੀਕ ਆ, ਤੇ ਭੁੱਲਣਾ ਚਾਹੀਦਾ ਵੀ ਨਹੀਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ FIFA ਬਾਰੇ ਜੋ ਗੱਲਾਂ ਪੁੱਛੀਆਂ ਜਾ ਸਕਦੀਆਂ। FIFA ਨੂੰ ਸਭ ਤੋਂ ਵੱਧ ਵਾਰ, ਪਹਿਲੀ ਵਾਰ ਇਹ FIFA ਵਰਲਡ ਕੱਪ ਯੂਰਾਗੇ ਇੱਕ ਸਾਊਥ ਅਮਰੀਕਨ ਕੰਟਰੀ ਆ, ਉਹਨੇ ਜਿੱਤਿਆ 1930 'ਚ। ਸਭ ਤੋਂ ਵੱਧ ਵਾਰ FIFA ਬ੍ਰਾਜ਼ੀਲ ਨੇ ਜਿੱਤਿਆ ਹੈ, ਇਹ ਗੱਲ ਯਾਦ ਰੱਖਿਓ। ਤੇ ਉਸ ਤੋਂ ਬਾਅਦ ਇੰਪੋਰਟੈਂਟ ਆ ਕਿ ਜਰਮਨੀ ਨੇ ਇਹ FIFA ਵਰਲਡ ਕੱਪ 4 ਵਾਰ ਜਿੱਤਿਆ ਹੈ। ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਲਾਸਟ ਜਿਹੜਾ FIFA ਵਰਲਡ ਕੱਪ 2022 'ਚ ਹੋਇਆ ਹੈ, ਠੀਕ ਆ, ਕਤਰ ਦੇ ਵਿੱਚ ਹੋਇਆ ਸੀ। ਆਈ ਥਿੰਕ ਜੇ ਤੁਹਾਨੂੰ ਯਾਦ ਹੋਵੇ ਅਰਜਨਟੀਨਾ ਨੇ ਫਾਈਨਲ 'ਚ ਫਰਾਂਸ ਨੂੰ ਹਰਾਇਆ ਸੀ। ਸੋ ਜਿਵੇਂ ਜਿਵੇਂ ਕਰੰਟ ਅਫੇਅਰ ਪੁਰਾਣਾ ਹੁੰਦਾ ਜਾਂਦਾ ਨਾ, ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਗੋਲਡਨ ਬੂਟ, ਗੋਲਡਨ ਬਾਲ ਸਭ ਯਾਦ ਹੋਵੇ ਯਾਰ, ਘੱਟੋ ਘੱਟ ਮੇਨ ਗੱਲਾਂ ਤੇ ਯਾਦ ਹੋਣ ਨਾ ਕਿ ਕਿੰਨੇ ਜਿੱਤਿਆ ਸੀ ਤੇ ਕਿਹਨੂੰ ਹਰਾ ਕੇ ਜਿੱਤਿਆ। ਸਭ ਤੋਂ ਵੱਧ ਵਾਰ ਕੌਣ ਜਿੱਤਿਆ ਹੈ, ਪਹਿਲੀ ਵਾਰ ਕੌਣ ਜਿੱਤਿਆ ਹੈ, FIFA ਹੈ ਕਿੱਥੇ ਆ, FIFA ਬਣੀ ਕਦੋਂ ਸੀ। FIFA ਬਾਰੇ ਇੰਨੀ ਕੁ ਨੌਲੇਜ ਹੈਗੀ ਆ, ਆਪਣੇ ਆਪ 'ਚ ਬਹੁਤ ਆ। ਨੈਕਸਟ ਅੱਗੇ ਆ ਜਾਓ। ਅੱਗੇ ਆ ਗਿਆ ਯੂਨੀਅਨ ਇਨਵਾਇਰਮੈਂਟ ਮਿਨਿਸਟਰੀ, ਠੀਕ ਆ। ਉਹਨਾਂ ਨੇ
ਕਲਾਈਂਗਰ ਪੈਨ ਮੋਨੂਮੈਂਟ ਜਿਹੜਾ ਹੈ ਉਹਦੇ ਵਾਸਤੇ ਮਨਜ਼ੂਰੀ ਦੇਤੀ ਹੈ। ਦੇਖੋ ਇੱਕ ਗੱਲ ਕਲੀਅਰ ਆ, ਕਲਿੰਗਰ ਇਹ ਸ਼ਬਦ ਵਰਤਿਆ ਜਾਂਦਾ ਹੈ ਕਿਸੇ ਕਲਾਕਾਰ ਵਾਸਤੇ। ਕਿਹੜੇ ਕਲਾਕਾਰ ਵਾਸਤੇ ਇਹ ਸ਼ਬਦ ਵਰਤਿਆ ਹੈ? ਇੱਕ ਪੁੱਠਾ ਪੈਨ ਮੋਨੂਮੈਂਟ ਦੇ ਤੌਰ ਤੇ, ਇੱਕ ਸਟੈਚੂ ਦੇ ਤੌਰ ਤੇ ਬਣੂਗਾ। ਕਿੱਥੇ ਬਣੂਗਾ? ਤਾਮਿਲਨਾਡੂ ਦੀ ਮਰੀਨਾ ਬੀਚ ਤੇ। ਮਰੀਨਾ ਬੀਚ ਤਾਮਿਲਨਾਡੂ 'ਚ, ਇਹ ਵੀ ਗੱਲ ਸਮਝ ਆ ਗਈ, ਠੀਕ ਆ। ਕਿੰਨੇ ਛੋਟੇ ਛੋਟੇ ਫੈਕਚੁਅਲ ਕੁਐਸਚਨਸ, ਤੁਸੀਂ ਕਹਿੰਦੇ ਨਾ ਸਰ ਛੋਟੇ ਛੋਟੇ ਫੈਕਟ ਕਿਵੇਂ ਕਵਰ ਹੋਣਗੇ, ਉਹ ਜੇ ਕੋਈ ਸੀਰੀਅਸਲੀ ਕਰੰਟ ਅਫੇਅਰ ਪੜ੍ਹਾ ਰਿਹਾ ਨਾ, ਉਹਦੀਆਂ ਗੱਲਾਂ ਸੁਣਦੇ ਜਾਓ, ਉਹਦੇ 'ਚੋਂ ਬੜੇ ਛੋਟੇ ਛੋਟੇ ਫੈਕਟ ਕਲੀਅਰ ਹੋ ਜਾਂਦੇ ਆ। ਆ ਜਾਓ ਆਪਾਂ ਆਪਣੇ ਮਸਲੇ ਤੇ, ਜ਼ਿਆਦਾ ਟਾਈਮ ਨਹੀਂ ਵੇਸਟ ਕਰ ਸਕਦੇ। ਤਾਮਿਲਨਾਡੂ ਦੇ ਮੁੱਖ ਮੰਤਰੀ ਹੁੰਦੇ ਸੀ ਜੈਲਲਿਥਾ ਤੋਂ ਪਹਿਲਾਂ, ਨਾਮ ਸੀ ਕਰੁਣਾਨਿਧੀ ਜੀ, ਠੀਕ ਆ। ਸੋ ਉਹਨਾਂ ਨੂੰ ਯਾਦ ਕਰਦੇ ਹੋਏ, ਠੀਕ ਆ, ਬੇਸਿਕਲੀ ਇਹ ਕਰੁਣਾਨਿਧੀ ਜਿਹੜੇ ਕਿ ਤਾਮਿਲਨਾਡੂ ਦੇ ਪੁਰਾਣੇ ਸੀਐਮ ਆ, ਉਹਨਾਂ ਨੂੰ ਡੈਡੀਕੇਟਡ ਇੱਕ ਮੋਨੂਮੈਂਟ, ਪੁੱਠਾ ਪੈਨ ਜਿਹੜਾ ਹੈ ਉਹ ਇੱਕ ਸਟੈਚੂ ਦੇ ਤੌਰ ਤੇ ਮਰੀਨਾ ਬੀਚ 'ਚ ਲਾਉਣਾ ਸੀ। ਪਰ ਉਹ ਜਿਹੜੀ ਬੀਚ ਆ ਉਹ ਇਨਵਾਇਰਮੈਂਟ ਮਿਨਿਸਟਰੀ ਦੇ ਦਾਇਰੇ 'ਚ ਆਉਂਦੀ ਆ। ਤੁਸੀਂ ਕਹੋਗੇ ਕਿਵੇਂ? ਇਹਦੇ ਵਾਸਤੇ ਮੈਂ ਅਗਲੇ 5 ਮਿੰਟ 'ਚ ਸਮਝਾਉਣਾ। ਫਿਲਹਾਲ ਦੀ ਗੱਲ ਸਮਝੋ ਕਿ ਉਹਨਾਂ ਨੂੰ ਹੀ ਕਲਿੰਗਰ ਇੱਕ ਆਰਟਿਸਟ ਕਿਹਾ ਜਾਂਦਾ ਹੈ, ਕਿਉਂਕਿ ਤਾਮਿਲਨਾਡੂ ਦੇ ਮੁੱਖ ਮੰਤਰੀਆਂ ਦੀ ਇੱਕ ਖਾਸੀਅਤ ਰਹੀ ਹੈ, ਠੀਕ ਹੈ। MGR ਉਹਨਾਂ ਦੇ ਇੱਕ ਮੁੱਖ ਮੰਤਰੀ ਹੋਏ ਆ, ਉਸ ਤੋਂ ਬਾਅਦ ਚਾਹੇ ਕਰੁਣਾਨਿਧੀ ਹੋਏ ਆ, ਚਾਹੇ ਉਸ ਤੋਂ ਬਾਅਦ ਜੈਲਲਿਥਾ, ਉਹਨਾਂ ਦੇ ਸਾਰੇ ਮੁੱਖ ਮੰਤਰੀ ਕਲਾਕਾਰ ਵਾਲੀ ਫੀਲਡ 'ਚੋਂ ਆਏ ਆ। ਸੋ ਇਸੇ ਕਰਕੇ ਉਹਨਾਂ ਨੂੰ ਦ ਕਲਿੰਗਰ ਆਰਟਿਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੇ ਨਾਮ ਤੇ ਕਲਿੰਗਰ ਪੈਨ ਮੋਨੂਮੈਂਟ ਬਣਨ ਜਾ ਰਿਹਾ ਸੀ। ਕੇਂਦਰ ਦੀ ਇਨਵਾਇਰਮੈਂਟ ਮਿਨਿਸਟਰੀ ਦੀ ਮਨਜ਼ੂਰੀ ਚਾਹੀਦੀ ਸੀ। ਕੁਛ 14-15 ਸ਼ਰਤਾਂ ਦੇ ਤਹਿਤ ਇਹਨਾਂ ਨੂੰ ਉਹ ਮੋਨੂਮੈਂਟ ਬਣਾਉਣ ਦੀ ਪਰਮਿਸ਼ਨ ਮਿਲ ਗਈ। ਬਸ ਗੱਲ ਖਤਮ। ਸੋ ਇਹ ਸਾਰੇ ਫੈਕਟ ਮੈਂ ਕਵਰ ਕਰਤੇ। ਹੁਣ ਥੋੜ੍ਹਾ ਜਿਹਾ ਆਪਾਂ ਦੇਖੀਏ ਕਿ ਆਖਰ ਉਹ ਕਿਹੜੀ ਚੀਜ਼ ਆ ਜਿਹਦੇ ਤਹਿਤ ਮਨਜ਼ੂਰੀ ਦਿੱਤੀ ਹੈ। ਜਿੰਨੀਆਂ ਸਾਡੀ ਕੋਸਟ ਲਾਈਨ ਹੁੰਦੀ ਆ, ਠੀਕ ਆ, ਸਾਡਾ ਤੱਟੀਆ ਖੇਤਰ ਹੁੰਦਾ ਹੈ, ਤੱਟ ਹੁੰਦੇ ਆ ਸਾਡੇ, ਉਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਕੋਸਟਲ ਰੈਗੂਲੇਸ਼ਨ ਜ਼ੋਨਸ ਦਾ ਕੰਸੈਪਟ ਆ। ਇਹ ਇਨਵਾਇਰਮੈਂਟ ਮਿਨਿਸਟਰੀ ਜਿਹੜੀ ਆ ਉਹ ਕਿਸੇ ਚੀਜ਼ ਨੂੰ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਦਾਇਰੇ 'ਚ ਡਿਕਲੇਅਰ ਕਰਦੇ, ਕੋਸਟ ਲਾਈਨ ਦੇ ਨੇੜੇ ਨੇੜੇ ਉੱਥੇ ਕੁਛ ਵੀ ਕੰਸਟਰਕਸ਼ਨ ਕਰਨੀ ਆ, ਤੇ ਵਾਤਾਵਰਨ ਮੰਤਰਾਲਾ, ਜਿਹਨੂੰ ਅਸੀਂ ਕਹਿੰਦੇ ਆ ਮਿਨਿਸਟਰੀ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ, ਠੀਕ ਆ, ਵਾਤਾਵਰਨ, ਜੰਗਲੀ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦਾ, ਉਹਦੀ ਮਨਜ਼ੂਰੀ ਲੈਣੀ ਪੈਂਦੀ। ਉਹ ਵੀ ਕੇਂਦਰ ਵਾਲੇ ਦੀ, ਸਟੇਟਾਂ ਵਾਲੇ ਦੀ ਨਹੀਂ, ਕੇਂਦਰ ਸਰਕਾਰ ਦੀ। ਸੋ ਉਹਨਾਂ ਨੇ ਕੋਸਟਲ ਰੈਗੂਲੇਸ਼ਨ ਜ਼ੋਨਸ ਜਿਹੜੀ ਆ ਉਹ ਡਿਕਲੇਅਰ ਕੀਤੀ ਹੋਈ ਹੈ। ਇਹਦੇ ਵਾਸਤੇ ਪਹਿਲੀ ਵਾਰੀ ਰੈਗੂਲੇਸ਼ਨਸ ਜਾਂ ਰੂਲਸ 1991 'ਚ ਬਣੇ ਸੀ। ਪਹਿਲੀ ਵਾਰੀ ਰੂਲਸ 1991 'ਚ ਬਣੇ ਸੀ। ਫਿਰ ਦੂਜੀ ਵਾਰ ਕੋਸਟਲ ਰੈਗੂਲੇਸ਼ਨ ਰੂਲਸ 2011 'ਚ ਬਣੇ। ਫਿਰ ਤੀਜੀ ਵਾਰ ਇਹ ਕਾਨੂੰਨ ਜਿਹੜੇ ਆ ਇਹ 2019 'ਚ ਬਣੇ। 18 'ਚ ਇਹਨਾਂ ਦੀ ਨੋਟੀਫਿਕੇਸ਼ਨ ਆਈ ਤੇ 19 'ਚ ਫਾਈਨਲ ਹੋ ਗਈ। ਸ਼ਿਸ਼ਲੇਖ ਕਮੇਟੀ ਸੀਗੀ, ਉਹਨਾਂ ਦੇ ਕਹਿਣ ਤੇ, ਸ਼ਿਸ਼ਲੇਸ਼ ਨਾਇਕ ਕਮੇਟੀ ਦੇ ਕਹਿਣ ਤੇ। ਅਸਲ 'ਚ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਰੂਲਸ ਹੁੰਦੇ ਕੀ ਆ ਕਿ ਸਮੁੰਦਰ ਦਾ ਪਾਣੀ ਜਿੱਥੋਂ ਤੱਕ ਆਉਂਦਾ ਏ ਉਹਦੇ 200 ਮੀਟਰ ਤੱਕ ਤੁਸੀਂ ਬਿਲਡਿੰਗ ਨਹੀਂ ਬਣਾ ਸਕਦੇ, 500 ਮੀਟਰ ਤੱਕ ਜਿਵੇਂ ਦਾ ਹੈਗਾ ਉਵੇਂ ਦਾ ਰੱਖ ਸਕਦੇ ਹੋ। ਜੇ ਉਸ ਬੀਚ ਤੇ ਤੁਸੀਂ ਕੋਈ ਕੰਸਟਰਕਸ਼ਨ ਵੀ ਕਰਨੀ ਆ, ਇਟ ਮੀਨਸ ਤੁਸੀਂ ਉਹ CRZ ਰੂਲਸ ਦੇ ਅੰਡਰ ਆ ਗਏ, ਕੋਸਟਲ ਰੈਗੂਲੇਸ਼ਨ ਜ਼ੋਨ ਦੇ ਰੂਲਸ ਦੇ ਅੰਡਰ ਆ ਗਏ, ਤਾਂ ਮਨਜ਼ੂਰੀ ਉੱਥੋਂ ਲੈਣੀ ਪਊਗੀ। ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਮੰਗ ਕੀਤੀ ਗਈ, ਉਹਨਾਂ ਤੋਂ ਇਨਵਾਇਰਮੈਂਟ ਮਿਨਿਸਟਰੀ ਤੋਂ, ਉਹਨਾਂ ਨੇ ਮਨਜ਼ੂਰੀ ਦੇਤੀ। ਸੋ ਕਿੰਨੀਆਂ ਗੱਲਾਂ ਨਿਕਲ ਕੇ ਆਈਆਂ ਕਿ ਕੋਸਟਲ ਰੈਗੂਲੇਸ਼ਨ ਜ਼ੋਨਸ ਜਿਹੜੀਆਂ ਨੇ ਉਹ ਜਿਹੜੀ ਰੂਲਸ ਦੇ ਤਹਿਤ ਆਉਂਦੀਆਂ ਹੈ, ਉਹ ਰੂਲਸ ਦਾ ਨਾਮ ਆ ਕੋਸਟਲ ਰੈਗੂਲੇਸ਼ਨ ਰੂਲਸ, ਕੋਸਟਲ ਰੈਗੂਲੇਸ਼ਨ ਜ਼ੋਨ ਰੈਗੂਲੇਸ਼ਨ ਰੂਲਸ, ਠੀਕ ਆ। ਉਹਦੇ ਤਹਿਤ ਸਭ ਕੁਝ ਹੁੰਦਾ ਹੈ। ਤੇ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਕਿ ਸਰ ਤੁਸੀਂ ਅਕਸਰ ਜਦੋਂ ਪੋਲਿਟੀ ਵਗੈਰਾ ਪੜ੍ਹਾਉਂਦੇ ਹੋ ਤਾਂ ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਕਦੇ ਵੀ ਕੋਈ ਰੂਲ ਬਣੇ ਨਾ, ਕਦੇ ਵੀ ਕੋਈ ਰੂਲ ਬਣੇ, ਇਹ ਕਿਸੇ ਨਾ ਕਿਸੇ ਐਕਟ ਯਾਨੀ ਕਿ ਅਧੀਨੀਅਮ ਦੇ ਅੰਡਰ ਬਣਦਾ ਹੈ। ਪਲੀਜ਼ ਇਹ ਦੱਸੋ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕੋਸਟਲ ਰੈਗੂਲੇਸ਼ਨ ਜ਼ੋਨ ਨੂੰ ਰੈਗੂਲੇਟ ਕਰਨ ਵਾਸਤੇ ਜਿਹੜੇ ਰੂਲਸ ਬਣੇ ਹੋਏ ਆ, ਜਿਹੜੇ ਪਹਿਲੀ ਵਾਰੀ 91 'ਚ ਬਣੇ ਸੀ, 1991 'ਚ, ਦੂਜੀ ਵਾਰੀ 2011 'ਚ ਬਣੇ ਸੀ, ਤੇ ਤੀਜੀ ਵਾਰੀ 2019 'ਚ ਬਣੇ ਆ, ਇਹ ਕਿਹੜੇ ਐਕਟ ਦੇ ਤਹਿਤ ਬਣੇ ਆ? ਇਹ ਬਣੇ ਆ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ। ਮੋਸਟ ਇੰਪੋਰਟੈਂਟ, ਭਾਰਤ ਦੇ ਵਿੱਚ ਇਨਵਾਇਰਮੈਂਟ ਦੀ ਰਾਖੀ ਵਾਸਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ ਹੈ ਉਹ 1986 'ਚ ਬਣਿਆ ਸੀ। ਉਸੇ ਐਕਟ ਦੇ ਤਹਿਤ ਜਿਹੜੀ ਸਾਡੀ ਤੱਟੀਆ ਖੇਤਰ ਆ ਉਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਕੋਸਟਲ ਰੈਗੂਲੇਸ਼ਨ ਜ਼ੋਨ ਰੂਲਸ 1991, 2011 ਤੇ ਹੁਣ ਚੱਲ ਰਿਹਾ 18 ਵਾਲੇ, ਇਹ ਰੂਲਸ ਜਿਹੜੇ ਆ ਇਹ ਇਸੇ ਐਕਟ ਦੇ ਅੰਡਰ ਬਣੇ ਆ। ਭਾਵੇਂ ਕਰੰਟ ਅਫੇਅਰ ਔਖੇ ਤੋਂ ਔਖਾ ਹੈ, ਚਾਹੇ ਸੌਖੇ ਤੋਂ ਸੌਖਾ ਹੈ, ਕੋਸ਼ਿਸ਼ ਇਹ ਆ ਕਿ ਉਹਨੂੰ ਸਿੰਪਲ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇ। ਆਹ ਕਹਾਣੀ ਆ। ਸੋ ਨੈਕਸਟ ਅੱਗੇ ਆ ਗਿਆ, ਇੰਡੀਅਨ ਏਅਰ ਫੋਰਸ ਨੇ ਭਾਰਤ ਦੀ ਆਰਮੀ ਦੇ ਤਿੰਨੇ ਵਿੰਗ, ਮਿਲਟਰੀ ਦੇ ਤਿੰਨੇ ਵਿੰਗ, ਏਅਰ ਫੋਰਸ, ਲੈਂਡ ਆਰਮੀ ਤੇ ਨੇਵੀ,
ਤਿੰਨਾਂ ਨੂੰ ਜੋੜ ਕੇ ਇੱਕ ਐਕਸਰਸਾਈਜ਼ ਕੀਤੀ ਆ ਰਣ ਵਿਜੇ। ਰਣ ਵਿਜੇ 에ਅਰ ਫੋਰਸ ਦੀ ਐਕਸਰਸਾਈਜ਼ ਆ, ਜਿਹਦੇ 'ਚ ਤਿੰਨਾਂ ਫੋਰਸਿਸ ਦੇ ਵਿੱਚ ਕਲੈਬੋਰੇਸ਼ਨ ਸਹੀ ਰਵੇ। ਕੱਲ੍ਹ ਨੂੰ ਕਿਤੇ ਰੱਬ ਨਾ ਕਰੇ ਲੋੜ ਪੈ ਜੇ ਤਾਂ ਤਿੰਨਾਂ ਦੀ ਸਾਂਝੀ ਲੋੜ ਪਵੇ, ਉਸ ਕਲੈਬੋਰੇਸ਼ਨ 'ਚ ਕਾਮਯਾਬ ਹੋ ਸਕਣ। ਇਹਦੇ ਵਾਸਤੇ ਇੱਕ ਪ੍ਰੈਕਟਿਸ ਐਕਸਰਸਾਈਜ਼ ਕੀਤੀ ਗਈ ਆ, ਤੇ ਜਿਹਦੇ ਵਾਸਤੇ ਕਿਹੜੀ ਕਮਾਂਡ ਦੇ ਅੰਡਰ, ਸੈਂਟਰਲ 에ਅਰ ਕਮਾਂਡ, ਜਿਹਦਾ ਕਿ ਹੈੱਡਕੁਆਟਰ ਇਲਾਹਾਬਾਦ ਯਾਨੀ ਕਿ ਪ੍ਰਯਾਗਰਾਜ 'ਚ ਆ, ਉਹਦੀ ਗਾਈਡੈਂਸ 'ਚ ਤਿੰਨੇ ਫੋਰਸਿਸ ਦੇ ਬੰਦੇ ਜਿਹੜੇ ਆ ਉਹਨਾਂ ਨੇ ਇਹ ਐਕਸਰਸਾਈਜ਼ ਰਣ ਵਿਜੇ ਕੀਤੀ ਆ। ਨੈਕਸਟ ਆ ਜਾਓ, ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ। ਗੂਗਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਕਮਿਟਮੈਂਟ ਕੀਤੀ ਆ ਕਿ ਉਹ ਭਾਰਤ 'ਚ ਡਿਜੀਟਾਈਲੇਸ਼ਨ ਵਾਸਤੇ, ਡਿਜੀਟੇਸ਼ਨ ਵਾਸਤੇ, ਮਤਲਬ ਕਿ ਭਾਰਤ ਦਾ ਜਿਹੜਾ ਡਿਜੀਟਲੀਕਰਨ ਹੋ ਰਿਹਾ ਹੈ, ਠੀਕ ਆ, ਭਾਰਤ ਜਿਹੜਾ ਹੈ ਤਕਨੀਕ ਵੱਲ ਵੱਧ ਰਿਹਾ ਹੈ, ਉਹਦੇ ਵਾਸਤੇ 10 ਬਿਲੀਅਨ ਡਾਲਰ ਭਾਰਤ 'ਚ ਇਨਵੈਸਟ ਕਰਨਗੇ। ਖਬਰ ਇਹ ਨਹੀਂ, ਇੱਕ ਖਬਰ ਹੋਰ ਨਿਕਲ ਕੇ ਆਈ ਹੈ। ਨਰਿੰਦਰ ਮੋਦੀ ਉੱਥੇ 3 ਜਣਿਆਂ ਨੂੰ ਮਿਲੇ ਆ। ਪਹਿਲੀ ਗੱਲ, ਗੂਗਲ ਦਾ CEO ਸੁੰਦਰ ਪਿਚਾਈ, ਐਮਾਜ਼ੋਨ ਦੇ CEO ਐਂਡਰਿਊ ਜੈਸੀ, ਤੇ ਬੋਇੰਗ ਇੱਕ ਬਹੁਤ ਹੈਵੀ ਮਸ਼ੀਨਰੀ ਬਣਾਉਣ ਵਾਲੀ ਕੰਪਨੀ ਆ, AC ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵਾਲੀ ਕੰਪਨੀ ਆ, ਡੇਵਿਡ ਕੌਲਨ। ਤਿੰਨਾਂ ਨੂੰ ਵਾਸ਼ਿੰਗਟਨ DC 'ਚ ਮਿਲੇ ਆ। ਯਾਦ ਰੱਖਿਓ, ਅਮਰੀਕਾ 50 ਸਟੇਟਾਂ ਤੋਂ ਮਿਲ ਕੇ ਬਣਿਆ ਦੇਸ਼ ਆ, ਤੇ 51ਵਾਂ ਉੱਥੇ ਇੱਕ ਡਿਸਟ੍ਰਿਕਟ ਆ, ਡਿਸਟ੍ਰਿਕਟ ਕੋਲੰਬੀਆ। ਉਹ ਕੱਲਾ ਇੱਕ ਜ਼ਿਲ੍ਹਾ ਹੈ, ਉਹਦੇ 'ਚ ਸਿਰਫ ਇੱਕੋ ਹੀ ਸ਼ਹਿਰ ਆ, ਵਾਸ਼ਿੰਗਟਨ। ਇਸੇ ਕਰਕੇ ਵਾਸ਼ਿੰਗਟਨ 50 ਤੋਂ ਬਾਹਰ ਹੀ ਨਿਕਲ ਕੇ ਆਉਂਦਾ ਹੈ, 50 ਸਟੇਟਾਂ ਤੋਂ ਬਾਹਰ। ਤੇ ਉੱਥੇ ਇੱਕ ਦਰਿਆ ਹੈ ਪੋਟੋਮੈਕ ਰਿਵਰ, ਇਹ ਉਸੇ ਦੇ ਕੰਢੇ ਤੇ ਆ। ਸੋ ਫੈਕਚੁਅਲ ਇਨਫੋਰਮੇਸ਼ਨ ਇੱਕ ਤਾਂ ਵਾਸ਼ਿੰਗਟਨ DC ਬਾਰੇ ਦੱਸਤਾ, ਅਮਰੀਕਾ ਦੀਆਂ ਸਟੇਟਸ ਬਾਰੇ ਦੱਸਤਾ। ਦੂਜੀ ਗੱਲ ਇਹ ਵੀ ਦੱਸਤੀ ਕਿ 3 ਬੰਦੇ ਕਿਹੜੀ ਪੋਸਟ ਤੇ ਆ। ਐਮਾਜ਼ੋਨ ਦਾ CEO ਕੌਣ ਆ, ਬੋਇੰਗ ਦਾ CEO। ਤੁਸੀਂ ਕਹੋਗੇ ਸਰ ਬੋਇੰਗ ਦਾ CEO ਸਾਨੂੰ ਕਿਉਂ ਪੁੱਛਣਗੇ? ਯਾਰ ਭਾਰਤ ਦਾ ਪ੍ਰਧਾਨ ਮੰਤਰੀ ਆਪਣੀ ਅਮਰੀਕਾ ਤੇ ਇਜਿਪਟ ਦੀ ਦੌਰੇ ਦੇ ਦੌਰਾਨ ਉਹਨਾਂ ਨੂੰ ਮਿਲ ਕੇ ਆਏ ਆ, ਕਿਉਂ ਨਹੀਂ ਪੁੱਛ ਸਕਦੇ? ਆ ਜਾਓ ਅੱਗੇ ਹੁਣ। ਸੋ ਉਹਨਾਂ ਨੇ, ਗੂਗਲ ਨੇ ਕਮਿਟਮੈਂਟ ਕੀਤੀ ਆ ਕਿ ਜਿਹੜਾ ਤੁਹਾਡਾ ਗਿਫਟ ਸਿਟੀ ਆ ਨਾ ਗੁਜਰਾਤ 'ਚ, ਗਾਂਧੀ ਨਗਰ 'ਚ, ਅਸੀਂ ਉੱਥੇ ਇਨਵੈਸਟਮੈਂਟ ਕਰਾਂਗੇ, ਠੀਕ ਆ। ਸੋ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੇਸਿਕਲੀ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ਼ੀਅਲ ਟੈਕ ਸਿਟੀ ਆ, ਜਿਹਨੂੰ ਅਸੀਂ ਗਿਫਟ ਸਿਟੀ ਕਹਿੰਦੇ ਆ। ਬੇਸਿਕਲੀ ਇੱਕ ਅਜਿਹਾ ਸ਼ਹਿਰ ਵਸਾਇਆ ਹੈ ਗਾਂਧੀ ਨਗਰ ਦੇ ਬਾਹਰਲੇ ਪਾਸੇ ਸਮੁੰਦਰ ਦੇ ਕੰਢੇ 'ਤੇ, ਜਿੱਥੇ ਬਾਹਰ ਦੀ ਕੋਈ ਵੀ ਵਿਦੇਸ਼ੀ ਕੰਪਨੀ ਆ ਕੇ ਇਨਵੈਸਟ ਕਰ ਸਕਦੀ ਹੈ ਫਾਈਨਟੈਕ ਸੈਕਟਰ 'ਚ। ਫਾਈਨਟੈਕ ਸੈਕਟਰ ਦਾ ਮਤਲਬ ਹੁੰਦਾ ਉਹ ਖੇਤਰ ਜਿਹੜਾ ਫਾਈਨਾਂਸਿਸ, ਵਿੱਤ ਪਲੱਸ ਟੈਕਨੋਲੋਜੀ, ਤਕਨੀਕ ਨਾਲ ਜੁੜਿਆ ਹੋਵੇ, ਠੀਕ ਆ। ਇਹ ਫਾਈਨਟੈਕ ਕੰਪਨੀਆਂ ਕਿਹੜੀਆਂ ਹੁੰਦੀਆਂ? ਜਿਹੜੀਆਂ ਮਤਲਬ ਕਿ ਬੈਂਕਿੰਗ ਪਲੱਸ ਹੋਰ ਸ਼ੇਅਰ ਮਾਰਕੀਟ, ਇਹ ਸਾਰਾ ਅਦਾਰਾ ਜਿਹੜਾ ਹੈ, ਤੇ ਉਹਦੇ 'ਚ ਟੈਕਨੀਕ ਨੂੰ ਵੀ ਉਨੀ ਹੀ ਇੰਪੋਰਟੈਂਸ ਦੇਣ। ਇਹ ਸਾਰੇ ਖੇਤਰ ਨੂੰ ਅੱਜ ਦੇ ਜ਼ਮਾਨੇ 'ਚ ਫਾਈਨਟੈਕ ਖੇਤਰ ਕਿਹਾ ਜਾਂਦਾ ਹੈ। ਫਾਈਨੈਂਸ਼ੀਅਲ ਤੇ ਟੈਕਨੀਕਲ ਜਦੋਂ ਕੋਲੈਬੋਰੇਟ ਹੋ ਜਾਣ ਤਾਂ ਉਹ ਫਾਈਨਟੈਕ ਖੇਤਰ ਬਣਦਾ ਹੈ। ਸੋ ਇਸ ਖੇਤਰ ਦੇ ਵਿੱਚ ਅੱਜ ਕੱਲ੍ਹ ਬੜਾ ਸਕੋਪ ਆ। ਭਾਰਤ ਨੇ ਵੀ ਇਸ ਖੇਤਰ ਵਾਸਤੇ ਸਪੈਸ਼ਲ ਇੱਕ ਸ਼ਹਿਰ ਕੱਟ ਕੇ ਦੇਤਾ, ਗਿਫਟ ਸਿਟੀ ਗਾਂਧੀ ਨਗਰ 'ਚ। ਹੁਣ ਉਸ ਗਿਫਟ ਸਿਟੀ ਦੇ ਅੰਦਰ ਜਿੰਨੀਆਂ ਵੀ ਕੰਪਨੀਜ਼ ਨੇ, ਰੱਬ ਨਾ ਕਰੇ ਉਹਨਾਂ 'ਚੋਂ ਕੋਈ ਕੰਪਨੀ ਕੁਛ ਇਰਰੈਗੂਲਰਿਟੀ ਕਰਦੇ, ਗਲਤ ਤਰੀਕੇ ਨਾਲ ਪੈਸੇ ਕਮਾਵੇ, ਕਿਸੇ ਦੇ ਪੈਸੇ ਦੱਬ ਦੇ, ਕੋਈ ਕਿਸੇ ਨੂੰ ਦਬਾ ਦੇ, ਕੋਈ ਕਿਸੇ ਦੇ ਦੱਬ ਜੇ, ਸ਼ਿਕਾਇਤ ਕਿੱਥੇ ਕਰੋਗੇ ਜਾ ਕੇ? ਤੁਹਾਡੇ ਦਿਮਾਗ 'ਚ ਆਊਗਾ ਨਾ। ਗਿਫਟ ਸਿਟੀ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ, ਉਹਦੇ ਵਾਸਤੇ ਤੁਸੀਂ ਇੱਕ ਅਥਾਰਟੀ ਕੋਲ ਜਾ ਸਕਦੇ ਹੋ। ਉਸ ਅਥਾਰਟੀ ਦਾ ਨਾਮ ਆ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਸੈਂਟਰ ਅਥਾਰਟੀ। ਇਸ ਸੰਸਥਾ ਨੂੰ IFSCA, ਮੋਸਟ ਇੰਪੋਰਟੈਂਟ, ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਸੈਂਟਰ ਅਥਾਰਟੀ, ਇਹ ਇੱਕ ਵਿਧਾਨਿਕ ਸੰਸਥਾ ਹੈ, ਸਟੈਚੂਟਰੀ ਬਾਡੀ ਆ। ਸਟੈਚੂਟਰੀ ਬਾਡੀ ਉਹ ਹੁੰਦੀ ਆ ਜਿਹਨੂੰ ਪਾਰਲੀਮੈਂਟ ਜਾਂ ਕਿਸੇ ਸਟੇਟ ਦੀ ਵਿਧਾਨ ਸਭਾ ਐਕਟ ਪਾਸ ਕਰਕੇ ਬਣਾਉਂਦੀ ਹੈ। ਇਹਨੂੰ ਪਾਰਲੀਮੈਂਟ ਨੇ ਐਕਟ ਪਾਸ ਕਰਕੇ ਬਣਾਇਆ ਹੈ। ਤੁਸੀਂ ਕਹੋਗੇ ਸਰ ਐਕਟ ਪਾਸ ਕਰਕੇ ਇਹਦੀ ਜ਼ਿੰਮੇਵਾਰੀ ਕੀ ਲਾਈ ਹੈ? ਇਹਦੀ ਜ਼ਿੰਮੇਵਾਰੀ ਆ ਕਿ ਗਿਫਟ ਸਿਟੀ 'ਚ ਕੁਛ ਵੀ ਇਰਰੈਗੂਲਰਿਟੀ ਹੁੰਦੀ ਆ ਤੇ ਤੁਸੀਂ ਬੰਦਾ ਪੁੱਠਾ ਟੰਗਣਾ ਹੈ। ਸੋ IFSCA ਸਿਟੀ ਸਟੈਚੂਟਰੀ ਬਾਡੀ ਆ। ਗਿਫਟ ਸਿਟੀ ਕੀ ਆ? ਜਿੱਥੇ ਗੂਗਲ ਵਾਲੇ ਇਨਵੈਸਟ ਕਰਨ ਜਾ ਰਹੇ ਆ। ਗਿਫਟ ਸਿਟੀ ਗਾਂਧੀ ਨਗਰ 'ਚ। ਇਹ ਜਿਹੜੀ ਸਟੈਚੂਟਰੀ ਬਾਡੀ ਆ ਆਹ ਵਾਲੀ, ਠੀਕ ਆ, ਇਹ 2019 'ਚ ਬਣੀ ਸੀ, ਤੇ ਇਹਦਾ ਵੀ ਹੈੱਡਕੁਆਟਰ ਗਾਂਧੀ ਨਗਰ ਦੀ ਗਿਫਟ ਸਿਟੀ ਦੇ ਅੰਦਰ ਹੀ ਹੋਊਗਾ। ਮੰਨ ਲਓ ਜੇ ਗਿਫਟ ਸਿਟੀ 10 ਸਕੁਅਰ ਕਿਲੋਮੀਟਰ ਦੀ ਆ, ਤੇ ਉੱਥੇ ਇੱਕ ਆਫਿਸ IFCA ਦਾ ਵੀ ਹੋਊਗਾ, ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਸੈਂਟਰ ਅਥਾਰਟੀ ਦਾ ਹੋਊਗਾ। ਗੱਲ ਸਮਝ ਆ ਗਈ? ਗਿਫਟ ਸਿਟੀ ਕੋਈ ਸਟੈਚੂਟਰੀ ਬਾਡੀ ਨਹੀਂ, ਉਹ ਤਾਂ ਸ਼ਹਿਰ ਆ ਇੱਕ। ਉਸ ਸ਼ਹਿਰ 'ਤੇ ਨਿਗਾਹ ਰੱਖਣ ਵਾਸਤੇ ਭਾਰਤ ਸਰਕਾਰ ਦੀ ਸੰਸਥਾ ਦਾ ਨਾਮ ਜਾਂ ਅਥਾਰਟੀ ਦਾ ਨਾਮ ਇਹ ਆ। ਸੋ ਆ ਵੀ ਇੱਕ ਫੈਕਟ ਹੋ ਗਿਆ। ਅੱਗੇ ਆ ਜਾਓ। ਸਵਾਲ ਸੀ ਕਿ ਸਰ ਪੰਜਾਬ ਦੇ ਡੇਲੀ ਪੰਜਾਬ ਵਿੱਚ ਇਨਕਲੂਡਡ ਹੋਊਗਾ।
ਸੋ ਪਹਿਲਾ ਕਰੰਟ ਅਫੇਅਰ ਪੰਜਾਬ ਨਾਲ ਰਿਲੇਟਡ ਜੋ ਅੱਜ ਦੇ ਕਰੰਟ ਅਫੇਅਰ ਸੀ ਕਿ ICC ਵਰਲਡ ਕੱਪ 2023 ਪੰਜਾਬ ਦਾ ਜਿਹੜਾ ਮੋਹਾਲੀ ਸਟੇਡੀਅਮ ਆ ਉਹ ਲਿਸਟ ਚੋਂ ਬਾਹਰ ਹੋ ਗਿਆ, ਜਿੱਥੇ ਕਿ ਇਸ ਵਾਰ ਸ਼ਾਇਦ ਵਰਲਡ ਕੱਪ ਦਾ ਕੋਈ ਵੀ ਮੈਚ ਨਾ ਖੇਡਿਆ ਜਾਵੇ। ਇਹਨੂੰ ਲੈ ਕੇ ਪੰਜਾਬ ਸਰਕਾਰ ਨੇ ਖਤਰਨਾਕ ਇਤਰਾਜ਼ ਜਤਾਇਆ ਹੈ। ਸੋ ਗੱਲ ਇਹ ਨਹੀਂ, ਇਹ ਤਾਂ ਸਰਕਾਰਾਂ ਦੇ ਲੈਵਲ ਦੇ ਮਸਲੇ ਆ, ਅਸੀਂ ਇਹ 'ਚ ਕੀ ਪੈਣਾ। ਸਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਸ ਸਟੇਡੀਅਮ ਦਾ ਨਾਮ ਆ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ, ਠੀਕ ਆ, ISB ਸਟੇਡੀਅਮ। ਸੋ ਇਹਨੂੰ ਲੋਕ ਮੋਹਾਲੀ ਸਟੇਡੀਅਮ, PCA ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ PCA ਵੀ ਕਹਿ ਕੇ ਬੁਲਾਉਂਦੇ ਆ। ਸੋ ਇਹ ਬੇਸਿਕਲੀ ਇੱਥੋਂ ਦੇ ਪ੍ਰਧਾਨ ਰਹੇ ਆ ਇੰਦਰਜੀਤ ਸਿੰਘ ਬਿੰਦਰਾ। ਇਸ ਤੋਂ ਪਹਿਲਾਂ ਇਹ BCCI ਦੇ ਵੀ ਐਕਸ ਚੀਫ ਰਹਿ ਚੁੱਕੇ ਆ। ਉਹਨਾਂ ਦੇ ਨਾਂ 'ਤੇ ਸਟੇਡੀਅਮ ਆ। 1993 ਦੇ ਵਿੱਚ ਪਹਿਲੀ ਵਾਰ ਇੱਥੇ ਵਨਡੇ ਮੈਚ ਇੰਡੀਆ ਤੇ ਸਾਊਥ ਅਫਰੀਕਾ 'ਚ ਖੇਡਿਆ ਗਿਆ ਸੀ, ਤੇ ਪਹਿਲਾ ਟੈਸਟ ਮੈਚ ਅਗਲੇ ਸਾਲ 1994 'ਚ ਇੰਡੀਆ ਤੇ ਵੈਸਟ ਇੰਡੀਜ਼ 'ਚ ਖੇਡਿਆ ਗਿਆ ਸੀ। ਮੋਸਟ ਇੰਪੋਰਟੈਂਟ ਆ ਕਰੰਟ ਅਫੇਅਰ ਨਾਲ। ਦੇਖੋ ਇਹੀ ਨੇ ਪੰਜਾਬ ਦੇ ਕਰੰਟ ਅਫੇਅਰ। ਜਿਵੇਂ ਜਿਵੇਂ ਕਦੇ ਖਾਲਸਾ ਕਾਲਜ ਖਬਰਾਂ ਚਾਹੂਗਾ ਤਾਂ ਉਹਦੇ ਬਾਰੇ ਗੱਲ ਦੱਸੂਗਾ, ਪੰਜਾਬੀ ਯੂਨੀਵਰਸਿਟੀ ਖਬਰਾਂ ਚਾਹੂਗੀ ਤਾਂ ਉਹਦੇ ਬਾਰੇ ਗੱਲ ਦੱਸੂਗਾ, PAU ਖਬਰਾਂ ਚਾਹੂਗੀ ਤਾਂ ਉਹਦੇ ਬਾਰੇ ਗੱਲ ਦੱਸੂਗਾ। ਕਰੰਟ ਅਫੇਅਰ ਹੈ ਤੁਹਾਡੇ PPSC PT, ਤੁਸੀਂ ਆਪ ਹਿਸਾਬ ਲਾ ਕੇ ਖੁਦ ਤੈਅ ਕਰੋਗੇ ਕਿ ਕਰੰਟ ਅਫੇਅਰ ਚੱਲਣੇ ਕਿੱਥੇ ਆ, ਠੀਕ ਆ। ਸੋ ਨੈਕਸਟ ਮੀਰੀ ਪੀਰੀ ਦਿਵਸ। ਸੋ ਪੰਜਾਬੀ ਟ੍ਰਿਬਿਊਨ 'ਚੋਂ ਚੱਕੀ ਗਈ ਖਬਰ ਆ ਕਿ 16 ਜੂਨ 2023 ਨੂੰ, ਮਤਲਬ ਸੌਰੀ ਇਹ ਆ 28 ਜੂਨ 2023 ਨੂੰ ਮੀਰੀ ਪੀਰੀ ਦਿਵਸ ਜਿਹੜਾ ਹੈ ਮਨਾਇਆ ਗਿਆ, ਠੀਕ ਆ। ਸੋ ਮੀਰੀ ਪੀਰੀ ਦਿਵਸ ਜਿਹੜਾ ਸੀਗਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦੀਆਂ 2 ਤਲਵਾਰਾਂ, ਇੱਕ ਮੀਰੀ ਤੇ ਇੱਕ ਪੀਰੀ, ਠੀਕ ਆ। ਇਹਦੇ ਬਾਰੇ ਹੁਣ ਮੈਂ ਪੰਜਾਬ ਹਿਸਟਰੀ ਦੀ ਮੈਰਾਥਨ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਪਈ ਹੋਊਗੀ, ਦੇਖ ਲਿਓ। ਸੋ ਮੀਰੀ ਪੀਰੀ ਕਿਉਂ ਸੈਲੀਬ੍ਰੇਟ ਕੀਤਾ ਗਿਆ ਦਿਵਸ, ਇਹਦੇ ਬਾਰੇ ਹੁਣ ਦੱਸਣ ਦੀ ਲੋੜ ਨਹੀਂ ਮੈਨੂੰ ਬਹੁਤੀ ਜ਼ਿਆਦਾ। 28 ਤਰੀਕ ਨੂੰ ਤੇ ਇਹਦਾ ਉਪਦੇਸ਼ ਇਸ ਦਿਨ ਜਨਤਾ ਦੇ ਨਾਂ ਉਪਦੇਸ਼ ਜਾਰੀ ਕਰਨ ਵਾਲੇ ਅਕਾਲ ਤਖਤ ਦੇ ਜਥੇਦਾਰ ਕੌਣ ਨੇ? ਮੋਸਟ ਇੰਪੋਰਟੈਂਟ ਗੱਲ ਆ, ਰਘਬੀਰ ਸਿੰਘ। ਤੁਹਾਨੂੰ ਹੁਣੇ ਪਤਾ ਹੋਊਗਾ ਕਿ ਅਸੀਂ ਹੁਣੇ SGPC ਨੇ ਫੈਸਲਾ ਕੀਤਾ ਸੀ। SGPC ਨੇ 16 ਜੂਨ 2023 ਨੂੰ ਆਪਣੀ ਇੱਕ ਐਮਰਜੈਂਸੀ ਮੀਟਿੰਗ 'ਚ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਸੀਗੇ, ਜਿਹੜੇ ਟੈਂਪਰੇਰੀ ਤੌਰ 'ਤੇ ਅਪੁਆਇੰਟਡ ਸੀ, ਉਹਨਾਂ ਦੀ ਜਗ੍ਹਾ 'ਤੇ ਪੱਕੇ ਤੌਰ 'ਤੇ ਰਘਬੀਰ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਲਾਤਾ ਹੈ, ਠੀਕ ਆ। ਅਕਾਲ ਤਖਤ ਮੀਨਸ ਕਿ ਸਿੱਖ ਧਰਮ ਦੇ ਨਾਲ ਸੰਬੰਧਿਤ ਉਹਨਾਂ 5 ਤਖਤਾਂ 'ਚੋਂ ਆ ਜਿਹੜੇ ਕਿ ਸਿੱਖ ਧਰਮ 'ਚ ਇੱਕ ਬਹੁਤ ਪਵਿੱਤਰ ਇੰਪੋਰਟੈਂਸ ਰੱਖਦੇ ਆ। ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ 5 ਤਖਤਾਂ 'ਚੋਂ 4 ਤਖਤ ਤਾਂ ਆਜ਼ਾਦੀ ਤੋਂ ਪਹਿਲਾਂ ਦੇ ਹੀ ਆ ਸਾਡੇ ਕੋਲ, ਠੀਕ ਆ। ਅਕਾਲ ਤਖਤ ਸਾਹਿਬ ਜਿਹੜਾ ਕਿ ਹਰਿਮੰਦਰ ਸਾਹਿਬ ਵਾਲੇ ਕੰਪਲੈਕਸ ਦੇ ਵਿੱਚ ਆ, ਅੰਮ੍ਰਿਤਸਰ ਸਾਹਿਬ 'ਚ। ਉਸ ਤੋਂ ਬਾਅਦ ਤਖਤ ਪਟਨਾ ਸਾਹਿਬ, ਹਜੂਰ ਸਾਹਿਬ ਤੇ ਆਨੰਦਪੁਰ ਸਾਹਿਬ। ਫਿਰ 18 ਨਵੰਬਰ 1966 18 ਨਵੰਬਰ 1966 ਨੂੰ ਜਦੋਂ ਸਾਡੇ ਪੰਜਾਬ ਦਾ ਵੰਡ ਵੰਡਈਆ ਹੋ ਹੀ ਰਿਹਾ ਸੀ, ਉਹਨਾਂ ਸਮਿਆਂ ਦੇ ਵਿੱਚ ਦਮਦਮਾ ਸਾਹਿਬ ਨੂੰ 5ਵੇਂ ਤਖਤ ਦੇ ਤੌਰ 'ਤੇ SGPC ਰਿਕੋਗਨਾਈਜ਼ ਕਰਦੀ ਆ, ਤੇ ਉਹ ਲਾਸਟ ਤੇ ਲੇਟੈਸਟ ਤਖਤ ਆ ਸਿੱਖ ਧਰਮ ਨਾਲ ਸੰਬੰਧਿਤ, ਠੀਕ ਆ। ਹੁਣ ਤੁਸੀਂ ਗੂਗਲ ਸਰਚ ਕਰੋ, ਇਹਨਾਂ 5 ਤਖਤਾਂ ਦੇ ਜਥੇਦਾਰ ਸਾਹਿਬ ਜਿਹੜੇ ਆ ਉਹਨਾਂ ਦੇ ਨਾਮ ਲਿਖ ਸਕਦੇ ਹੋ। ਸੋ ਖੈਰ ਇਸ ਤੋਂ ਬਿਨਾਂ ਬੜੀ ਵਾਰ ਕਰੰਟ ਅਫੇਅਰਸ 'ਚ ਆਉਣਾ ਹੈ ਤੇ ਆਪਾਂ ਸਮਝਾਈ ਜਾਵਾਂਗੇ। ਜਦੋਂ ਇਹ ਪਹਿਲੀ ਵਾਰੀ ਸੈਲੀਬ੍ਰੇਟ ਕੀਤਾ ਗਿਆ ਸੀਗਾ ਉਦੋਂ 12 ਜੂਨ 1606 ਸੀ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਕੈਲੰਡਰ ਦੇ ਇਸ਼ੂਜ਼ ਵੱਧਦੇ ਰਹਿੰਦੇ ਆ, ਤੇ ਅੱਜ ਜਦੋਂ ਪਹਿਲੀ ਵਾਰੀ ਖਾਲਸਾ ਪੰਥ ਦੀ ਸਥਾਪਨਾ ਹੋਈ ਤਾਂ 30 ਮਾਰਚ 1699 ਨੂੰ ਹੋਈ ਸੀ, ਤੇ ਅੱਜ ਵਿਸਾਖੀ ਜਦੋਂ ਅਸੀਂ ਮਨਾਉਂਦੇ ਆ ਤੇ ਉਹ 13 ਜਾਂ 14 ਜਾਂ 12 ਅਪ੍ਰੈਲ ਤੱਕ ਪਹੁੰਚ ਚੁੱਕੀ ਹੈ। ਸੋ ਇਹ ਕੈਲੰਡਰਸ ਦੇ ਇਸ਼ੂ ਆ, ਇਹਨਾਂ ਦੇ ਚੱਕਰਾਂ 'ਚ ਨਾ ਹੀ ਪਈਏ ਤਾਂ ਚੰਗੀ ਗੱਲ ਆ। ਸੋ ਇਹ ਸਾਡੇ ਕਰੰਟ ਅਫੇਅਰਸ ਨੇ। ਰੈਗੂਲਰਲੀ ਕਰੰਟ ਅਫੇਅਰਸ ਤੁਹਾਡੇ ਤੱਕ ਪਹੁੰਚਣਗੇ, ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਅਜੇ ਅਸੀਂ ਇਸ ਵੀਡੀਓ ਨੂੰ ਰਿਕਾਰਡ ਕਰਕੇ ਕੁਝ ਘੰਟਿਆਂ ਬਾਅਦ ਤੁਹਾਡੇ ਤੱਕ ਪਹੁੰਚਾਉਣੇ ਆ, ਤੇ ਬੜੀ ਜਲਦੀ ਇਹ ਲਾਈਵ ਹੋ ਜਾਣਗੇ। ਜਿਹੜੇ ਵੀ ਐਸਪੀਰੈਂਟਸ ਸਾਡੇ ਨਾਲ ਪੰਜਾਬ ਦੇ ਪੇਪਰਾਂ, ਵਿਜੀਲੈਂਸ ਤੋਂ ਲੈ ਕੇ ਹਰ ਇੱਕ ਵਧੀਆ ਲੈਵਲ ਦੇ ਪੇਪਰ ਤੱਕ ਲਈ ਜੁੜਨਾ ਚਾਹੁੰਦੇ ਆ, ਉਹ ਤੁਸੀਂ ਸਾਡੇ ਨਾਲ ਇਸ ਨੰਬਰ 'ਤੇ 77078 0072 7707800072 ਜਾਂ 80544 ਤੇ 00797 ਇਹਨਾਂ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੋ। ਸਾਡੇ 2 ਵੱਖਰੇ ਸੈਪਰੇਟ ਬੈਚ ਨੇ। ਇੱਕ ਬੈਚ ਪੰਜਾਬ ਜੌਬਸ ਨੂੰ ਕਵਰ ਕਰਦਾ ਹੈ, ਮਾਰਨਿੰਗ ਬੈਚ, ਤੇ ਇੱਕ ਈਵਨਿੰਗ ਬੈਚ ਜੋ PCS ਪ੍ਰੀ PCS ਮੇਨਸ ਤੇ PCS IS ਲੈਵਲ ਦੇ ਪੇਪਰਾਂ ਨੂੰ ਕਵਰ ਕਰਦਾ ਹੈ। ਮੀਡੀਅਮ ਨੂੰ ਲੈ ਕੇ ਅਸੀਂ ਇੰਨੇ ਸਪਸ਼ਟ ਹਾਂ ਕਿ ਜਿਹੜਾ ਬੱਚਾ ਸਾਡੇ ਕੋਲ ਪੰਜਾਬੀ ਮੀਡੀਅਮ 'ਚ ਤਿਆਰੀ ਕਰਨਾ ਚਾਹੁੰਦਾ ਹੈ ਤੇ ਉਹ ਕੱਲ੍ਹ ਨੂੰ ਕਦੀ ਇਹ ਨਹੀਂ ਕਹੂਗਾ ਕਿ ਸਰ ਤੁਸੀਂ ਪੰਜਾਬੀ ਕਹਿ ਕੇ ਕੁਝ ਹੋਰ ਹੀ ਕਰਤਾ। ਇੰਗਲਿਸ਼ ਮੀਡੀਅਮ ਵਾਲੇ ਨੂੰ ਸਾਡੀ ਸਮਝ ਆਉਂਦੀ ਹੈ ਕਿ ਨਹੀਂ, ਤੁਸੀਂ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।